ਹਾਲੇਲੂਇਆ। ਪ੍ਰਭੂ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੰਧਨਾਂ ਨੂੰ ਤੋੜ ਰਿਹਾ ਹੈ। ਪ੍ਰਭੂ ਇਹਨਾਂ ਦਿਨਾਂ ਦੇ ਵਿੱਚ ਆਪਣੇ ਲੋਕਾਂ ਨੂੰ ਆਸ਼ੀਸ਼ਾਂ ਨਾਲ ਕੀ ਭਰ ਰਿਹਾ। ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਆਪਣੇ ਲੋਕਾਂ ਨੂੰ ਬਰਕਤਾਂ ਨਾਲ ਕੀ ਮਾਲਾ ਮਾਲ ਕਰ ਰਿਹਾ ਹੈ, ਕਿਉਂਕਿ ਆਰਾਧਨਾ ਦੇ ਵਿੱਚ ਛੁਟਕਾਰਾ ਹੈ, ਆਰਾਧਨਾ ਦੇ ਵਿੱਚ ਕੀ ਚੰਗਿਆਈ ਹੈ ਤੇ ਆਰਾਧਨਾ ਦੇ ਵਿੱਚ ਹੀ ਲੋਕ ਆਪਣੀਆਂ ਆਸ਼ੀਸ਼ਾਂ ਨੂੰ ਕੀ ਪਾਉਂਦੇ ਨੇ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਅੱਜ ਆਪਣੀ ਆਰਾਧਨਾ ਦੇ ਦੌਰਾਨ ਆਪਣੇ ਲੋਕਾਂ ਨੂੰ ਆਸ਼ੀਸ਼ਿਤ ਕੀਤਾ, ਆਪਣੇ ਲੋਕਾਂ ਦੇ ਨਾਲ ਗੱਲਬਾਤ ਕੀਤਾ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਤੇ ਸ਼ੁਕਰ ਕਰਦਾ ਹਾਂ। ਅਤੇ ਪ੍ਰਭੂ ਨੇ ਅੱਜ ਸਾਨੂੰ ਇਸ 13ਵੇਂ ਰੋਜ਼ੇ ਦੇ ਦੂਸਰੇ ਸੈਸ਼ਨ ਵਿੱਚ ਕੀ ਲੈ ਕੇ ਆਂਦਾ। ਇਸ ਲਈ ਅਸੀਂ ਪ੍ਰਭੂ ਦਾ ਧੰਨਵਾਦ ਤੇ ਸ਼ੁਕਰ ਕਰਦੇ ਹਾਂ। ਪ੍ਰਭੂ ਨੇ ਸਾਨੂੰ ਅੱਜ ਸਵੇਰ ਦੇ ਸਮੇਂ ਵੀ ਆਸ਼ੀਸ਼ਿਤ ਕੀਤਾ, ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖਿਆ। ਅੱਜ ਵੀ ਪ੍ਰਭੂ ਨੇ ਬਹੁਤ ਸਾਰੇ ਬੰਧਨਾਂ ਨੂੰ ਤੋੜਿਆ। ਸਵੇਰ ਦੇ ਸਮੇਂ ਵੀ ਪਰਮੇਸ਼ਵਰ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਆਇਆ। ਇਸ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਇਹਨਾਂ ਦਿਨਾਂ ਦੇ ਵਿੱਚ ਵੱਡੇ ਵੱਡੇ ਕੰਮ ਕੀ ਕਰ ਰਿਹਾ। ਲਗਭਗ ਅੱਧੇ ਤੋਂ ਜ਼ਿਆਦਾ ਰੋਜ਼ੇ ਬੀਤ ਗਏ ਨੇ ਅਤੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਬਹੁਤਾਇਤ ਰੂਪ ਦੇ ਨਾਲ ਆਸ਼ੀਸ਼ਿਤ ਕੀਤਾ। ਅਲੱਗ-ਅਲੱਗ ਦਾਸਾਂ ਦੇ ਕੋਲੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਵਚਨ ਸੁਣਦੇ ਹਾਂ। ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਕੀ ਸੁਣ ਰਹੇ ਹਾਂ। ਇਹਨਾਂ ਰੋਜ਼ਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ, ਕਿਉਂ ਪ੍ਰਭੂ ਨੇ ਸਾਨੂੰ ਚੁਣਿਆ। ਅਸੀਂ ਆਪਣੇ ਪੁਰਾਣੇ ਖਮੀਰ ਨੂੰ ਖਤਮ ਕਰਨਾ ਹੈ। ਪਰਮੇਸ਼ਵਰ ਸਾਨੂੰ ਕਦੀ ਭੁੱਲਦਾ ਨਹੀਂ ਹੈ। ਪਰਮੇਸ਼ਵਰ ਨੂੰ ਉਡੀਕਣਾ, ਅਲੱਗ-ਅਲੱਗ ਵਿਸ਼ਿਆਂ ਦੇ ਬਾਰੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਕੀ ਸੁਣ ਰਹੇ ਹਾਂ। ਪਰਮੇਸ਼ਵਰ ਆਪਣੇ ਵਚਨਾਂ ਦੁਆਰਾ ਇੱਕ ਨੂੰ ਇਸਤੇਮਾਲ ਕਰ ਰਿਹਾ। ਇਸ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਅਤੇ ਇੱਕ ਵਾਰ ਫਿਰ ਤੋਂ ਮੈਂ ਪ੍ਰਭੂ ਦਾ ਬੜਾ ਹੀ ਧੰਨਵਾਦ ਕਰਦਾ ਵਾਂ ਕਿ ਜਿਸ ਖੁਦਾਵੰਦ ਖੁਦਾ ਨੇ ਮੈਨੂੰ ਇੱਕ ਵਾਰ ਫਿਰ ਤੋਂ ਇਹ ਸਮੇਂ ਦਿੱਤਾ ਕਿ ਮੈਂ ਅੱਜ ਦੀ ਸ਼ਾਮ ਇੱਕ ਵਾਰ ਫਿਰ ਤੋਂ ਤੁਹਾਡੇ ਵਿੱਚ ਅੱਜ ਇਸ 13ਵੇਂ ਰੋਜ਼ੇ ਦੇ ਸੰਧਿਆ ਕਾਲ ਦੇ ਸਮੇਂ ਪ੍ਰਭੂ ਦੇ ਵਚਨ ਨੂੰ ਕੀ ਵੰਡ ਸਕਾਂ। ਮੈਂ ਪ੍ਰਭੂ ਦਾ ਬੜਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਨੇ ਮੈਨੂੰ ਇਹ ਮੌਕਾ ਦਿੱਤਾ। ਇਸ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਤੇ ਪ੍ਰਭੂ ਨੇ ਅੱਜ ਦੀ ਆਰਾਧਨਾ ਦੁਆਰਾ ਵੱਡੇ ਵੱਡੇ ਕੰਮ ਕੀਤਾ। ਇਸ ਲਈ ਵੀ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਤੇ ਹੁਣ ਸਮਾਂ ਹੈ ਕਿ ਅਸੀਂ ਥੋੜੀ ਦੇਰ ਪ੍ਰਭੂ ਦੇ ਵਚਨ ਦੇ ਵਿੱਚੋਂ ਕੀ ਸੁਣਾਂਗੇ। ਆਈਏ ਅਸੀਂ ਵਚਨ ਦੇ ਵਿੱਚੋਂ ਕੱਢਾਂਗੇ ਰਸੂਲਾਂ ਦੇ ਕਰਤੱਵ ਉਸਦਾ 13 ਅਧਿਆਇ ਉਸਦੇ 1 ਆਇਤ ਤੋਂ ਲੈ ਕੇ 3 ਆਇਤ ਤੱਕ ਪੜ੍ਹੀਏ। ਅੰਤਿਆਦ ਕਲੀਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ, ਅਰਥਾਤ ਬਰਨਾਬਾਸ ਅਰ ਸ਼ਿਮੋਨ ਜੋ ਨੀਗਰ ਕਹਾਉਂਦਾ ਹੈ, ਅਰ ਲੂਕਿਯਸ ਕੁਰੇਨੇ ਦਾ ਇੱਕ ਮਨੁੱਖ ਅਤੇ ਮਨੇਨ ਜਿਹੜਾ ਰਾਜਾ ਹੈਰੋਦੇਸ ਦੇ ਨਾਲ ਭਰਿਆ ਸੀ, ਅਤੇ ਸੋਲਾਸ ਜਾਏ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ। ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਾਬਾਸ ਅਤੇ ਸੌਲਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ। ਤਾਂ ਉਹਨਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰਕੇ ਉਹਨਾਂ ਦੇ ਉੱਤੇ ਹੱਥ ਧਰੇ ਅਤੇ ਉਹਨਾਂ ਨੂੰ ਵਿਦਿਆ ਕੀਤਾ। ਹਾਲੇਲੂਇਆ, ਹਾਲੇਲੂਇਆ। ਅੱਜ ਮੇਰੇ ਅਜ਼ੀਜ਼ੋ ਅਸੀਂ ਵਚਨ ਦੇ ਵਿੱਚੋਂ ਦੇਖਾਂਗੇ ਜਿਸ ਤਰ੍ਹਾਂ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸੁਣਦੇ ਆ ਰਹੇ ਹਾਂ ਕਿ ਰੋਜ਼ੇ ਦਾ ਕੀ ਮਹੱਤਵ ਹੈ। ਲਗਾਤਾਰ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸੁਣਦੇ ਆ ਰਹੇ ਹਾਂ। ਪਿਛਲੇ ਲਗਭਗ ਮੈਂ 4 ਭਾਗਾਂ ਦਿੱਤੇ ਪਰਮੇਸ਼ਰ ਦੇ ਵਚਨ ਨੂੰ ਇਸ ਦੇ ਉੱਤੇ ਕੀਤਾ ਕਿ ਰੋਜ਼ੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ। ਜਦ ਅਸੀਂ ਉਪਵਾਸ ਰੱਖ ਕੇ ਪ੍ਰਾਰਥਨਾ ਕਰਦੇ ਹਾਂ, ਪਰਮੇਸ਼ਵਰ ਦੀ ਆਰਾਧਨਾ ਕਰਦੇ ਹਾਂ, ਉਪਵਾਸ ਰੱਖ ਕੇ ਪਰਮੇਸ਼ਵਰ ਦੀ ਮਹਿਮਾ ਨੂੰ ਕਰਦੇ ਹਾਂ, ਪਰਮੇਸ਼ਵਰ ਵੱਡੇ ਵੱਡੇ ਕੰਮਾਂ ਨੂੰ ਕੀ ਕਰਦਾ ਹੈ। ਰੋਜ਼ਾ ਉਪਵਾਸ ਪ੍ਰਾਰਥਨਾ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਮਹੱਤਵ ਨੂੰ ਲੈ ਕੇ ਆਉਂਦਾ ਹੈ। ਔਰ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਉਸ ਦੇ ਭਾਗ 5ਵੇਂ ਨੂੰ ਦੇਖਾਂਗੇ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਰਸੂਲਾਂ ਦੇ ਕਰਤੱਵ ਉਸਦਾ 13 ਅਧਿਆਇ ਉਸਦੇ 1 ਆਇਤ ਤੋਂ ਲੈ ਕੇ 3 ਆਇਤ ਦੇ ਵਿੱਚ ਪੜਿਆ ਅਤੇ ਜੋ ਮੇਰਾ ਅੱਜ ਦਾ ਫਿਰ ਤੋਂ ਟੌਪਿਕ ਹੈ ਉਹ ਰੋਜ਼ੇ ਦੀ ਮਹੱਤਵ, ਵਰਤ ਦਾ ਮਹੱਤਵ, ਭਾਗ 5ਵਾਂ ਪਾਰਟ 5। ਅੱਜ ਅਸੀਂ ਕੀ ਪ੍ਰਭੂ ਦੇ ਵਚਨ ਦੇ ਵਿੱਚੋਂ ਕੀ ਸਿੱਖਾਂਗੇ। ਅੱਜ ਦਾ ਜੋ ਅਸੀਂ ਵਚਨ ਸਿੱਖਾਂਗੇ ਉਹ ਹੈ ਕਿ ਅਸੀਂ ਪਰਮੇਸ਼ਵਰ ਦੀ ਜੋ ਸਾਨੂੰ ਪਵਿੱਤਰ ਆਤਮਾ ਪ੍ਰਭੂ ਨੇ ਦਿੱਤੀ ਹੋਈ ਹੈ, ਉਸ ਪਵਿੱਤਰ ਆਤਮਾ ਦੀ ਰੱਖਿਆ ਦੇ ਨਾਲ ਕੋਈ ਵੀ ਨਿਰਣੇ ਲੈਣਾ ਹੈ। ਅੱਜ ਅਸੀਂ ਭਾਗ 5 ਦੇ ਵਿੱਚ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਅਗਰ ਅੱਜ ਅਸੀਂ ਕੋਈ ਵੀ ਨਿਰਣੇ ਲੈਣਾ ਹੈ, ਅੱਜ ਅਸੀਂ ਕੋਈ ਵੀ ਡਿਸੀਜਨ ਲੈਣਾ ਹੈ, ਅਸੀਂ ਪਵਿੱਤਰ ਆਤਮਾ ਜੀ ਦੀ ਅਗਵਾਈ ਦੇ ਨਾਲ ਉਸ ਡਿਸੀਜਨ ਨੂੰ ਕੀ ਲੈਣਾ ਹੈ। ਇਸ ਜਗ੍ਹਾ ਦੇ ਵਿੱਚ ਅਸੀਂ ਪੜ੍ਹਦੇ ਹਾਂ ਜਦ 13 ਅਧਿਆਇ ਉਸ ਦੀ 21 ਦੇ ਵਿੱਚ ਇਸ ਪ੍ਰਕਾਰ ਦੇ ਨਾਲ ਪੌਲਸ ਪਰਮੇਸ਼ਰ ਦਾ ਲੂਕਾ ਪਰਮੇਸ਼ਰ ਦਾ ਦਾਸ ਇਸ ਪ੍ਰਕਾਰ ਦੇ ਨਾਲ ਲਿਖਦਾ ਹੈ। ਰਸੂਲਾਂ ਦੇ ਕਰਤੱਵ ਪਰਮੇਸ਼ਰ ਦੇ ਦਾਸ ਲੂਕਾ ਦੇ ਦੁਆਰਾ ਲਿਖਿਆ ਗਿਆ ਅਤੇ ਲੂਕ ਇਸ ਪ੍ਰਕਾਰ ਦੇ ਨਾਲ ਕਹਿੰਦਾ ਅੰਤਾਕਿਆ ਦੀ ਕਲੀਸਿਆ ਵਿੱਚ ਬਹੁਤ ਸਾਰੇ ਭਵਿਸ਼ਵਕਤਾ ਸਨ, ਬਹੁਤ ਸਾਰੇ और भी ਉਪਦੇਸ਼ਕ ਸਨ, ਵਚਨ ਸੁਣਾਉਣ ਵਾਲੇ ਸਨ। ਬਹੁਤ ਸਾਰੇ ਲੋਕ ਅੰਤਾਕਿਆ ਦੀ ਕਲੀਸਿਆ ਦੇ ਵਿੱਚ ਕੀ ਸਨ। ਮਤਲਬ ਆਦੀ ਕਲੀਸਿਆ ਦੇ ਵਿੱਚ ਬਹੁਤ ਸਾਰੇ ਲੋਕ ਸੀ
जो परमेश्वर का वचन सुनाते सी, जो अलग अलग प्रकार के नाल जिन्होंने परमेश्वर इस्तेमाल कर रहा है। वचन कहता अंताकिया दी कलीसिया दे विच, पाववादी कलीसिया दे विच बहुत सारे ऐसे लोग सी जेड़े की भविष्यवक्ता भी सी, पाव जेड़े परमेश्वर दे जो उन्होंने वचन मिलते सी, जेड़ा परमेश्वर दा आत्मा उन्होंने ते उतरदा सी, पवित्र आत्मा नु पाके लोकां दी जिंदगियां दे बारे लोकां नु चेतावनी दिंदे सी कि प्रभु दे क्रोध तो की बचो, भविष्यवाणियां करदे सी। वचन कहंदा बहुत सारे की भविष्यवक्ता सी, उपदेशक सी, जो प्रभु दा वचन की सुनाउंदे सी। बहुत सारे ऐसे लोग सी जो उस जगह दे विच अंताकिया दी कलीसिया दे विच जो वचन सुनाउंदे सी। हां 2 आयत नु पढ़िए। जाए प्रभु दी उपासना करदे अते व्रत रखदे सन। हां कहंदा जाओ प्रभु दी उपासना करदे अते व्रत रखदे सन। मेरे जीजो अज असी व्रत रख रहे हां, अज असी भी प्रार्थना कर रहे हां, इन्हां दिनां दे विच असी भी उपवास रख रहे हां। क्यों रख रहे हां? कि प्रभु तू सानू बाल दे, प्रभु तू सानू समझ दे, तू सानू बुद्ध दे कि प्रभु असी किस प्रकार दे नाल तेरी संगति विच आना है, किस प्रकार दे नाल प्रभु मैं अपने परिवार विच चलना है, किस प्रकार दे नाल प्रभु मैं इस दुनियादारी दे विच की चलना है। इन्हां दिनां दे विच असी उपवास रख रहे हां। पहले दिन असी वचन दे विच सुनिया कि मूसा दी जिंदगी दे विच जद उसने उपवास प्रार्थना कीता उसने प्रभु दे अद्भुत जलाल नु पाया। दूसरा असी सुनिया नहमाया दे बारे, उसने भी परमेश्वर दे उपवास प्रार्थना कीता, उसने भी प्रभु दे कोल आशीष नु पाया। उस तो बाद असी यीशु मसीह दी जिंदगी दे बारे पढ़दे हां, उन्होंने भी परीक्षावां दा सामना कीता उपवास प्रार्थना दे नाल। मेरे जीजो सी उस दिन तो वचन सुनदे आ रहे परमेश्वर बड़े बड़े काम कर रहा है। उपवास दौरान प्रार्थना दे दौरान प्रभु अपने लोकां दे बंधनां तोड़िया है। परमेश्वर अपनी आत्मा द्वारा एक एक नु इस्तेमाल की कर रहा है। अते इस जगह दे विच भी, इस जगह दे विच जद परमेश्वर दे लोग उस जगह दे विच सी, चाहे उपदेशक सी, चाहे वो पवित्र आत्मा नाल परिपूर्ण परमेश्वर दे दास प्रॉफिट सी, चाहे वो जो मर्जी सी पास्टर सी सेवक सी प्रभु दे दास सी, पर वो भी पवित्र आत्मा जी दी अगुवाई दे नाल चलदे सी। वो ये नहीं सी कहंदे कि मैं प्रॉफिट या मैं भविष्यवक्ता वां, मैं सब कुछ कर सकदी हां जा कर सकदा वां, मैं प्रचारक या मैं सब कुछ कर सकदी जा कर सकदा वां। नहीं, वचन कहंदा अंताकिया दी कलीसिया दे विच ऐसे बहुत सारे लोग सन जो परमेश्वर दे वचन नु सुनाउंदे सन। बहुत सारे ऐसे लोग सन जेड़े भविष्यवक्ता सन, पर वचन कहंदा 2 आयत विच उस प्रकार दे नाल लिखदा आगे पढ़िए 2 आयत विच स्टार्टिंग तो जाए प्रभु दी उपासना करदे, जाओ प्रभु दी उपासना करदे अते व्रत रखदे सन। हां ते व्रत रखदे सन। आदि कलीसिया दे लोग भी मेरे जीजो प्रार्थना दे विच लवलीन रहंदे सन, व्रत रख के परमेश्वर दे सामने की गड़गड़ाउंदे सन। वचन इस प्रकार दे नाल लिख रहा कहंदा अंताकिया दी कलीसिया विच चाहे बहुत लोग सन, पर वो भी परमेश्वर दे अगे व्रत रखदे सन, चाहे वो प्रॉफिट सन, चाहे वो भविष्यवक्ता सन, चाहे वो कलीसिया सन, चाहे वो प्रचारक सन। वचन कहंदा वो प्रभु दे अगे प्रार्थना करदे, पाव प्रभु दे अगे प्रार्थना भी करदे सी अते व्रत नु भी की रखदे सी, उपवास रख के परमेश्वर दी प्रार्थना करदे सी। क्योंकि वो भी चाहे जो मर्जी सन परमेश्वर दी जो पवित्र आत्मा उसने सानू दिता है उस दी अगुवाई दे नाल की चलदे सन। मेरे जीजो इस जगह दे विच वो बहुत सारे लोग सन, पर सौलास नु अते बरनाबास जो परमेश्वर दे दास सन, उन्हां ने जद परमेश्वर दी जदों वचन नु पूरा कर चुके, सेवा पूरी कर चुके, जद उन्हां नु अगली कलीसिया दे विच भेजना सी, पहला उन्हां व्रत अते प्रार्थना नु कीता। पौलुस सिलास अते बरनाबास परमेश्वर दे दास सी, वचन नु जानदे सी, पर उन्हां नु दूसरी कलीसिया दे विच शिफ्ट करना सी, दूसरे लोकां दे विच भेजना सी। परमेश्वर दे लोकां ने अपनी मनमर्जी नहीं कीती। उन्होंने ये नहीं कहा कोई गल इन्हां नु भेज दिंदे, पर उन्हां की कीता, उन्हां कहा असीं उपवास रख के प्रार्थना करांगे, जो निर्णय परमेश्वर लेगा उसे निर्णय नु असीं फॉलो की करांगे, उससे निर्णय नु असीं की मन्नांगे। अज मेरे जीजो असीं भी जो भी निर्णय लेना है इन्हां दिनां दे विच असीं परमेश्वर दे कोलों मंगना है, प्रभु असीं जो भी निर्णय लईए, प्रभु असीं जो भी डिसीजन लईए, प्रभु तेरी पवित्र आत्मा दे वल्लों की होने पाया। आमीन हालेलुया। मेरे जीजो जद असीं पवित्र आत्मा नु पहला अगे रख के पवित्र आत्मा जी दी सहायता दे नाल, पवित्र आत्मा जी दी मदद दे नाल जद असीं कोई भी काम स्टार्ट करांगे, उन्हां दी सहायता दे नाल, उस सहायक है साडा, वचन कहंदा उस सहायक है साडा, वो साडा मददगार है।
ਉਹ ਸਾਡਾ ਸ਼ਰਨ ਸਥਾਨ ਹੈ। ਪਵਿੱਤਰ ਆਤਮਾ ਸਾਡਾ ਕੀ ਮਦਦਗਾਰ ਹੈ। ਜਦ ਅਸੀਂ ਉਸ ਸਹਾਇਕ ਦੀ ਮਦਦ ਦੇ ਨਾਲ ਅੱਗੇ ਕੋਈ ਵੀ ਕੰਮ ਕਰਦੇ ਆ, ਕੋਈ ਵੀ ਨਿਰਣੇ ਲੈਂਦੇ ਆ, ਤਾਂ ਪ੍ਰਭੂ ਉਸ ਦੇ ਵਿੱਚ ਸਾਨੂੰ ਹਮੇਸ਼ਾ ਸਫਲਤਾ ਕੀ ਦਿੰਦਾ ਹੈ। ਆਮੀਨ, ਹਾਲੇਲੂਇਆ। ਪ੍ਰਭੂ ਉਸ ਦੇ ਵਿੱਚ ਸਾਨੂੰ ਹਮੇਸ਼ਾ ਉੱਚਿਆ ਕਰਦਾ ਹੈ, ਕਿਉਂਕਿ ਪਵਿੱਤਰ ਆਤਮਾ ਕਦੇ ਵੀ ਝੂਠ ਨਹੀਂ ਬੋਲਦਾ। ਉਹ ਸਾਨੂੰ ਗਲਤ ਡਿਸੀਜਨ ਲੈਣ ਦੇ ਵਿੱਚ ਸਾਡੀ ਮਦਦ ਨਹੀਂ ਕਰੇਗਾ। ਉਹ ਸਾਨੂੰ ਗਲਤ ਦਾ ਗਲਤ ਦੱਸੇਗਾ ਅਤੇ ਸਹੀ ਦਾ ਸਹੀ ਕੀ ਦੱਸੇਗਾ। ਆਮੀਨ, ਹਾਲੇਲੂਇਆ। ਮੇਰੇ ਅਜ਼ੀਜ਼ੋ, ਇਹਨਾਂ ਦਿਨਾਂ ਦੇ ਵਿੱਚ ਅਸੀਂ ਪ੍ਰਭੂ ਦੇ ਕੋਲੋਂ ਉਸ ਪਵਿੱਤਰ ਆਤਮਾ ਨੂੰ ਮੰਗਣਾ ਹੈ। ਪ੍ਰਭੂ ਉਹ ਸਹਾਇਕ ਅੱਜ ਤੂੰ ਮੈਨੂੰ ਵੀ ਦੇ, ਪ੍ਰਭੂ ਉਹ ਮਦਦਗਾਰ ਤੂੰ ਮੈਨੂੰ ਵੀ ਦੇ। ਇਹਨਾਂ ਦਿਨਾਂ ਦੇ ਵਿੱਚ ਮੈਂ ਉਪਵਾਸ ਰੱਖ ਰਹੀ ਹਾਂ ਜਾਂ ਰੱਖ ਰਿਹਾ, ਇਹਨਾਂ ਦਿਨਾਂ ਦੇ ਵਿੱਚ ਮੈਂ ਪ੍ਰਾਰਥਨਾ ਕਰ ਰਹੀ ਹਾਂ ਜਾਂ ਕਰ ਰਿਹਾ, ਪ੍ਰਭੂ ਉਹ ਮਦਦਗਾਰ ਮੈਨੂੰ ਵੀ ਕੀ ਦੇ ਦੇ, ਉਹ ਸਹਾਇਕ ਮੈਨੂੰ ਵੀ ਦੇ, ਤਾਂ ਜੋ ਪ੍ਰਭੂ ਉਸ ਸਹਾਇਕ ਦੀ ਮਦਦ ਦੇ ਨਾਲ, ਤਾਂ ਜੋ ਪ੍ਰਭੂ ਉਸ ਪਵਿੱਤਰ ਆਤਮਾ ਜੀ ਦੀ ਮਦਦ ਦੇ ਨਾਲ ਪ੍ਰਭੂ ਮੈਂ ਜੋ ਵੀ ਕੰਮ ਕਰਾਂ, ਜੋ ਵੀ ਡਿਸੀਜਨ ਲਵਾਂ, ਪ੍ਰਭੂ ਉਹਨਾਂ ਜੀ ਦੀ ਮਦਦ ਦੇ ਨਾਲ ਹੀ ਲੈਣੇ ਪਵਾਵੇ। ਹਾਲੇਲੂਇਆ। ਮੇਰੇ ਜੀਜੋ, ਜਦ ਅਸੀਂ ਪਵਿੱਤਰ ਆਤਮਾ ਨੂੰ ਸਹਾਇਕ ਮੰਨ ਕੇ ਉਸ ਦੀ ਮਦਦ ਲੈਣੇ ਆ, ਪ੍ਰਭੂ ਸਾਨੂੰ ਹਮੇਸ਼ਾ ਸਫਲਤਾ ਕੀ ਦਿੰਦਾ ਹੈ। ਆਮੀਨ, ਹਾਲੇਲੂਇਆ। ਪ੍ਰਭੂ ਹਮੇਸ਼ਾ ਸਾਡੇ ਡਿਸੀਜਨ ਨੂੰ ਕਦੀ ਫਿਰ ਗਲਤ ਨਹੀਂ ਹੋਣ ਦਿੰਦਾ, ਫਿਰ ਸਾਡੇ ਡਿਸੀਜਨ ਹਮੇਸ਼ਾ ਕੀ ਸਹੀ ਲੈ ਜਾਂਦੇ ਨੇ। ਆਗੇ ਪੜੀਏ ਸੀ 2 ਆਇਤ ਅਗਲੇ ਪਾਠ ਨੂੰ। ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ, ਜਦ ਉਹ ਉਪਵਾਸ ਕਰਕੇ, ਜਦ ਉਹ ਵਰਤ ਰੱਖ ਰਹੇ ਸੀ, ਪ੍ਰਾਰਥਨਾ ਕਰ ਰਹੇ ਸੀ, ਤਾਂ ਉਹਨਾਂ ਨੇ ਪਵਿੱਤਰ ਆਤਮਾ ਜੀ ਦੀ ਆਵਾਜ਼ ਨੂੰ ਸੁਣਿਆ। ਉਹਨਾਂ ਨੂੰ ਪਵਿੱਤਰ ਆਤਮਾ ਨੇ ਇਸ ਪ੍ਰਕਾਰ ਦੇ ਨਾਲ ਕਿਹਾ, ਮੇਰੇ ਲਈ ਬਰਨਾਬਾਸ ਅਤੇ ਸੌਲਸ ਨੂੰ ਉਸ ਕੰਮ ਦੇ ਲਈ, ਮੇਰੇ ਲਈ ਬਰਨਾਬਾਸ ਔਰ ਸੌਲਸ ਨੂੰ ਉਸ ਕੰਮ ਦੇ ਲਈ ਕੀ ਵੱਖਰਾ ਕਰੋ, ਉਸ ਕੰਮ ਦੇ ਲਈ ਵੱਖਰਾ ਕਰ ਦੋ। ਆਪਣੇ ਵਿੱਚੋਂ ਸੌਲਸ ਅਤੇ ਬਰਨਾਬਾਸ ਨੂੰ ਆਪਣੇ ਵਿੱਚੋਂ ਕੀ ਵੱਖਰਾ ਕਰ ਦੋ। ਮੇਰੇ ਅਜ਼ੀਜ਼ੋ, ਚਾਹੇ ਉਹ ਭਵਿਸ਼ਵਕਤਾ ਸੀ, ਚਾਹੇ ਅੰਤਾਕਿਆ ਦੀ ਕਲੀਸਿਆ ਦੇ ਵਿੱਚ ਜੋ ਮਰਜੀ ਲੋਕ ਸੀ, ਚਾਹੇ ਉਹ ਪ੍ਰਚਾਰਕ ਸੀ, ਚਾਹੇ ਉਹ ਉਪਦੇਸ਼ਕ ਸੀ, ਪਰ ਉਹਨਾਂ ਨੇ ਪਵਿੱਤਰ ਆਤਮਾ ਜੀ ਦੀ ਸਹਾਇਤਾ ਦੇ ਨਾਲ ਸੌਲਸ ਅਤੇ ਬਰਨਾਬਾਸ ਨੂੰ ਕਲੀਸਿਆ ਦੇ ਵਿੱਚੋਂ ਵੱਖ ਕਰਕੇ ਦੂਸਰੀ ਜਗ੍ਹਾ ਦੇ ਵਿੱਚ ਕੀ ਵਚਨ ਸੁਣਾਉਣ ਦੇ ਲਈ ਕੀ ਭੇਜਿਆ। ਆਮੀਨ, ਹਾਲੇਲੂਇਆ। ਅੱਜ ਮੇਰੇ ਅਜ਼ੀਜ਼ੋ, ਜਦ ਅਸੀਂ ਪਵਿੱਤਰ ਆਤਮਾ ਜੀ ਦੀ ਮਦਦ ਦੇ ਨਾਲ, ਸਹਾਇਤਾ ਦੇ ਨਾਲ ਕੋਈ ਵੀ ਕੰਮ ਕਰਦੇ ਆ, ਪ੍ਰਭੂ ਉਸ ਕੰਮ ਵਿੱਚ ਸਾਨੂੰ ਸਫਲਤਾ ਦਿੰਦਾ ਹੈ। ਅੱਗੇ ਵਧੋ। ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ, ਜਿਹਦੇ ਲਈ ਮੈਂ ਉਹਨਾਂ ਨੂੰ ਕੀ ਬੁਲਾਇਆ ਹੈ। ਅੱਜ ਮੇਰੇ ਅਜ਼ੀਜ਼ੋ, ਹੋ ਸਕਦਾ ਅਸੀਂ ਵੀ ਇਸ ਜਗ੍ਹਾ ਦੇ ਵਿੱਚ ਬੈਠੇ ਹਾਂ, ਹੋ ਸਕਦਾ ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਮੈਂ ਉਸ ਕੰਮ ਦੇ ਲਈ ਬੁਲਾਈ ਗਈ ਹਾਂ ਜਾਂ ਉਸ ਕੰਮ ਦੇ ਲਈ ਬੁਲਾਇਆ ਗਿਆ। ਅੱਜ ਬਹੁਤ ਸਾਰੇ ਐਸੇ ਲੋਕ ਨੇ ਜੋ ਕਹਿੰਦੇ ਨੇ ਮੈਂ ਸੇਵਕਾਈ ਦੇ ਲਈ ਕੀ ਬੁਲਾਇਆ ਗਿਆ ਵਾ। ਬਹੁਤ ਸਾਰੇ ਐਸੇ ਲੋਕ ਨੇ 4 ਮਹੀਨੇ ਜਾਂ 5 ਮਹੀਨੇ ਜਾਂ 10 ਮਹੀਨੇ ਜਾਂ 1 ਸਾਲ ਜਾਂ 2 ਸਾਲ ਚਰਚ ਵਿੱਚ ਆ ਕੇ ਜਦ ਥੋੜਾ ਵਚਨ ਦਾ ਗਹਿਰਾਈ ਦਾ ਪਤਾ ਚੱਲ ਜਾਂਦਾ ਹੈ, ਕਹਿ ਦਿੰਦੇ ਨੇ ਕਿ ਅਸੀਂ ਕੀ ਸੇਵਕ ਬਣਨਾ ਚਾਹੁੰਦੇ ਆ, ਮੈਂ ਅੱਜ ਤੋਂ ਸੇਵਿਕਾ ਵਾਂ ਜਾਂ ਸੇਵਕ ਆ, ਮੈਂ ਅੱਜ ਤੋਂ ਪ੍ਰਭੂ ਦੀ ਦਾਸੀ ਆ ਜਾਂ ਦਾਸ ਆ। ਮੇਰੇ ਅਜ਼ੀਜ਼ੋ, ਕੀ ਅਸੀਂ ਉਸ ਪਵਿੱਤਰ ਆਤਮਾ ਤੋਂ ਇਸ ਨਿਰਣੇ ਨੂੰ ਬਣਾਉਣ ਦੇ ਲਈ ਪੁੱਛਿਆ? ਕੀ ਅਸੀਂ ਉਸ ਪਵਿੱਤਰ ਆਤਮਾ ਜੀ ਦੀ ਸਹਾਇਤਾ ਲਈ, हे ਪ੍ਰਭੂ ਕੀ ਮੈਂ ਇਸ ਕਾਬਿਲ ਹਾਂ ਜਾਂ ਕਾਬਿਲ ਹਾਂ? ਪ੍ਰਭੂ ਮੈਂ ਇਸ ਲਾਇਕ ਹਾਂ ਜਾਂ ਨਹੀਂ? ਪ੍ਰਭੂ ਮੈਂ ਇਸ ਕੰਮ ਨੂੰ, ਮੈਂ ਤੇਰੀ ਸੇਵਾ ਨੂੰ ਚੁੱਕਣ ਦੇ ਲਾਇਕ ਹਾਂ ਜਾਂ ਨਹੀਂ? ਮੇਰੇ ਜੀਜੋ, ਚਾਹੇ ਜਦ ਅਸੀਂ ਇਸ ਦੇ 12 ਅਧਿਆਇ ਦੀ ਲਾਸਟ ਐਕਟ ਵਿੱਚ ਪੜ੍ਹ ਕੇ ਦੇਖਦੇ ਹਾਂ, ਪਰਮੇਸ਼ਵਰ ਦੇ ਦਾਸ ਸੌਲਸ ਅਤੇ ਬਰਨਾਬਾਸ ਪਹਿਲਾਂ ਯਰੂਸ਼ਲਮ ਦੇ ਵਿੱਚ ਸੇਵਕਾਈ ਨੂੰ ਕੀ ਕਰ ਰਹੇ ਸੀ। ਇਸ ਦੀ 24 ਆਇਤ ਨੂੰ ਪੜ੍ਹੀਏ, 23-24 ਨੂੰ ਪੜ੍ਹੀਏ। ਤਾਂ ਮੈਂ 24 12 ਦੀ 24 ਪਰ ਪਰਮੇਸ਼ਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ। ਬਰਨਬਾਸ ਅਤੇ ਸੌਲਸ ਆਪਣੀ ਸੇਵਾ ਪੂਰੀ ਕਰਕੇ ਯਹੂਨਾ ਨੂੰ ਜਿਹੜਾ ਮਰਕਸ ਕਰਕੇ ਸੱਦੀਦਾ ਹੈ ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ। ਜਦ ਉਹ ਆਪਣੀ ਸੇਵਕਾਈ ਨੂੰ ਪਹਿਲੀ ਜਗ੍ਹਾ ਦੇ ਵਿੱਚੋਂ ਪੂਰਿਆ ਕਰ ਚੁੱਕੇ, ਉਸ ਜਗ੍ਹਾ ਦੇ ਵਿੱਚੋਂ ਮੇਰੇ ਅਜ਼ੀਜ਼ੋ ਉਹ ਫਿਰ ਤੋਂ ਯਰੂਸ਼ਲਮ ਦੇ ਵਿੱਚ ਹੀ ਲੌਟ ਆਏ। ਉਹ ਦੋਨੋਂ ਪ੍ਰਭੂ ਦੇ ਸੇਵਕ ਸੀ, ਦੋਨੋਂ ਪ੍ਰਭੂ ਦੇ ਜਨ ਸੀ, ਸੌਲਸ ਅਤੇ ਬਰਨਾਬਾਸ, ਪਰ ਉਹਨਾਂ ਨੇ ਅਗਲੀ ਕਲੀਸਿਆ ਦੇ ਵਿੱਚੋਂ ਜਾਣ ਤੋਂ ਪਹਿਲਾਂ ਪਵਿੱਤਰ ਆਤਮਾ ਜੀ ਦਾ ਡਿਸੀਜਨ ਉਹਨਾਂ ਨੇ ਕੀ ਫੋਲੋ ਕਰਨ ਲਈ ਪਵਿੱਤਰ ਆਤਮਾ ਜੀ ਨੂੰ ਕੀ ਪੁੱਛਿਆ। ਉਹਨਾਂ ਨੇ ਉਹਨਾਂ ਦੀ ਸਲਾਹ ਲਈ ਕਿ ਪ੍ਰਭੂ ਸਾਨੂੰ ਕੀ ਕਹਿੰਦਾ ਹੈ, ਕੀ ਅਸੀਂ ਉਸ ਜਗ੍ਹਾ ਦੇ ਵਿੱਚ ਜਾ ਕੇ ਪ੍ਰਭੂ ਦੀ ਸੇਵਕਾਈ ਨੂੰ ਕਰੀਏ ਜਾਂ ਨਾ ਕਰੀਏ, ਕੀ ਅਸੀਂ ਉਸ ਜਗ੍ਹਾ ਦੇ ਵਿੱਚ ਜਾ ਕੇ ਸੁਸਮਾਚਾਰ ਨੂੰ ਵੰਡੀਏ ਜਾਂ ਨਾ ਵੰਡੀਏ। ਅੱਜ ਮੇਰੇ ਜੋ ਬਹੁਤ ਸਾਰੇ ਐਸੇ ਲੋਕ ਨੇ ਜੋ वचन की गहराई ਵਿੱਚ ਚਲੇ ਜਾਂਦੇ ਨੇ, वचन ਨੂੰ ਪੜ੍ਹਦੇ ਨੇ, ਕੁਝ ਦੇਰ ਬਾਈਬਲ ਪੜ੍ਹ ਕੇ ਕਹਿੰਦੇ ਨੇ ਮੈਂ ਸੁਸਮਾਚਾਰ ਸੁਣਾਉਣ ਦੇ ਲਈ ਤਿਆਰ ਆ, ਮੈਂ ਅੱਜ ਤੋਂ ਸੇਵਿਕਾ, ਮੈਂ ਅੱਜ ਤੋਂ ਕੀ ਪ੍ਰਭੂ ਦਾ ਦਾਸ ਬਣ ਚੁੱਕਾ, ਮੈਂ ਕਿਸੇ ਨੂੰ ਕੁਝ ਨਹੀਂ ਸਮਝਦਾ। ਮੇਰੇ ਅਜ਼ੀਜ਼ੋ, वचन ਸਾਨੂੰ ਕਹਿੰਦਾ ਪਹਿਲਾਂ ਆਪਣੀ ਬੁਲਾਹਟ ਨੂੰ ਪਹਿਚਾਨੀਏ, ਪਹਿਲਾਂ ਆਪਣੀ ਬੁਲਾਹਟ ਨੂੰ ਪਹਿਚਾਨੀਏ। ਸਾਡੀ ਬੁਲਾਹਟ ਕੀ ਹੈ?
ਸਾਡੀ ਬੁਲਾਹਟ ਸੇਵਕਾਈ ਦੀ ਹੈ ਜਾਂ ਕਲੀਸਿਆ ਦੇ ਵਿੱਚ, ਕਲੀਸਿਆ ਰੂਪ ਦੇ ਵਿੱਚ ਹੈ? ਸਾਡੀ ਬੁਲਾਹਟ ਕੀ ਹੈ? ਸਾਡੀ ਬੁਲਾਹਟ ਐਲਡਰ ਦੀ ਹੈ ਜਾਂ ਕਲੀਸਿਆ ਬਣਨ ਦੀ ਹੈ? ਸਾਡੀ ਬੁਲਾਹਟ ਸੱਚਮੁੱਚ ਸੇਵਕਾਈ ਦੀ ਹੈ ਜਾਂ ਨਹੀਂ ਹੈ? ਪਰ ਅਸੀਂ ਉਸ ਬੁਲਾਹਟ ਨੂੰ ਕੁਝ ਨਹੀਂ ਸਮਝਦੇ। ਅਸੀਂ ਆਪਣੇ ਨਿਰਣੇ ਲੈਣ ਲੱਗ ਪੈਂਦੇ ਹਾਂ, ਆਪਣੀ ਸਮਝ ਦਾ ਸਹਾਰਾ ਲੈ ਕੇ ਆਪਣੇ ਨਿਰਣੇ ਲੈਣ ਲੱਗ ਪੈਂਦੇ ਹਾਂ। ਪਰ ਵਚਨ ਸਾਨੂੰ ਸਾਫ਼-ਸਾਫ਼ ਕਹਿੰਦਾ ਆਪਣੀ ਸਮਝ ਦੇ ਉੱਤੇ ਇਤਬਾਰ ਨਾ ਕਰ। ਮੇਰੇ ਜੀਜੋ, ਜਦ ਅਸੀਂ ਆਪਣੀ ਸਮਝ ਦੇ ਉੱਤੇ ਇਤਬਾਰ ਕਰਕੇ, ਪ੍ਰਭੂ ਨੂੰ ਪਿੱਛੇ ਕਰਕੇ, ਆਪਣੀ ਸਮਝ ਦਾ ਸਹਾਰਾ ਲੈ ਕੇ ਅੱਗੇ ਵਧਦੇ ਹਾਂ, ਅਸੀਂ ਕਦੇ ਵੀ ਸਫਲ ਨਹੀਂ ਹੁੰਦੇ। ਉਸ ਦੇ ਵਿੱਚ ਫਿਰ ਸਾਨੂੰ ਬਹੁਤ ਸਾਰੀਆਂ ਤੰਗੀਆਂ ਕੀ ਹੁੰਦੀਆਂ ਨੇ, ਮੁਸ਼ਕਿਲਾਂ ਹੁੰਦੀਆਂ ਨੇ, ਰੁਕਾਵਟਾਂ ਹੁੰਦੀਆਂ ਨੇ। ਫਿਰ ਅਸੀਂ ਪ੍ਰਭੂ ਨੂੰ ਕਹਿੰਦੇ ਆ, ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਇਹ ਕਿਉਂ? ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਇਹ ਕਿਉਂ? ਪ੍ਰਭੂ ਤੂੰ ਕਿਉਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਨੂੰ ਭੇਜਿਆ? ਫਿਰ ਪ੍ਰਭੂ ਵੀ ਕਹਿੰਦਾ, ਮੈਂ ਤਾਂ ਤੈਨੂੰ ਇਸ ਕੰਮ ਦੇ ਲਈ ਨਹੀਂ ਸੀ ਚੁਣਿਆ। ਮੈਂ ਤਾਂ ਤੈਨੂੰ ਨਹੀਂ ਸੀ ਕਿਹਾ ਤੂੰ ਉਸ ਜਗ੍ਹਾ ਦੇ ਵਿੱਚ ਜਾ ਕੇ ਇਹ ਕੰਮ ਕਰ। ਮੈਂ ਤਾਂ ਤੈਨੂੰ ਨਹੀਂ ਸੀ ਕਿਹਾ ਤੂੰ ਉਸ ਘਰ ਦੇ ਵਿੱਚ ਜਾ ਕੇ ਇਹ ਚੀਜ਼ ਨੂੰ ਕਰ। ਮੈਂ ਤਾਂ ਤੈਨੂੰ ਨਹੀਂ ਸੀ ਕਿਹਾ ਤੂੰ ਉਸ ਚਰਚ ਵਿੱਚ ਜਾ ਕੇ ਇਹ ਕੰਮ ਨੂੰ ਕਰ। ਉਸ ਜਗ੍ਹਾ ਦੇ ਵਿੱਚ ਅਸੀਂ ਵੀ ਆਪਣੇ ਡਿਸੀਜਨਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਫੋਲੋ ਕਰਦੇ ਹਾਂ। ਫਿਰ ਅਸੀਂ ਦੁਵਿਧਾਵਾਂ ਦੇ ਵਿੱਚ ਪੈ ਜਾਂਦੇ ਹਾਂ। ਪਰ ਮੇਰੇ ਜੀਜੋ, ਵਚਨ ਸਾਨੂੰ ਕੀ ਕਹਿੰਦਾ ਹੈ? ਵਚਨ ਕਹਿੰਦਾ ਹੈ ਪਵਿੱਤਰ ਆਤਮਾ ਜੀ ਦੀ ਸਹਾਇਤਾ ਲਓ, ਵਰਤ ਰੱਖੋ, ਪ੍ਰਾਰਥਨਾ ਕਰੋ ਕਿ ਕੀ ਪਵਿੱਤਰ ਆਤਮਾ ਸਾਨੂੰ ਕਹਿੰਦਾ ਹੈ। ਉਹ ਸਹਾਇਕ ਹੈ ਜਿਹੜਾ ਉਸ ਯਿਸੂ ਮਸੀਹ ਨੇ ਤੁਹਾਡੇ ਅਤੇ ਮੇਰੇ ਲਈ ਇਸ ਦੁਨੀਆ ਦੇ ਵਿੱਚ ਸਹਾਇਕ ਸਾਡੇ ਲਈ ਕੱਲਿਆ। ਕੀ ਅਸੀਂ ਉਸ ਸਹਾਇਕ ਨੂੰ ਪੁੱਛ ਰਹੇ ਹਾਂ ਕਿ ਮੈਂ ਇਹ ਕੰਮ ਕਰਨਾ ਜਾਂ ਕਰ ਰਹੀ ਹਾਂ? ਕੀ ਇਹ ਸਹਾਇਕ ਇਹ ਕੰਮ ਮੇਰੇ ਲਈ ਸਹੀ ਹੈ? ਕੀ ਅਸੀਂ ਉਸ ਸਹਾਇਕ ਨੂੰ ਪੁੱਛ ਰਹੇ ਹਾਂ? ਮੇਰੇ ਜੀਜੋ, ਅਸੀਂ ਉਸ ਸਹਾਇਕ ਨੂੰ ਪੁੱਛ ਕੇ ਜਦ ਉਹ ਕੰਮ ਨਹੀਂ ਕਰਦੇ, ਫਿਰ ਹੀ ਦੁਵਿਧਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਅਗਰ ਅਸੀਂ ਸਹਾਇਕ ਨੂੰ ਪੁੱਛਾਂਗੇ, ਅਗਰ ਅਸੀਂ ਸਹਾਇਕ ਨੂੰ ਪੁੱਛ ਕੇ ਚੱਲਾਂਗੇ ਕਿ ਇਹ ਕੰਮ ਅਸੀਂ ਕਰ ਲਈਏ, ਅਗਰ ਉਹ ਕਹੇਗਾ ਕਰ ਲਓ, ਤਾਂ ਉਸ ਦੇ ਵਿੱਚ ਸਾਨੂੰ ਕਦੀ ਵੀ ਅਸਫਲਤਾ ਨਹੀਂ ਮਿਲੇਗੀ। ਕਿਉਂਕਿ ਉਸ ਦੇ ਵਿੱਚ ਸਹਾਇਕ ਦੀ ਵੀ ਮਰਜ਼ੀ ਹੈ, ਭਾਵ ਉਸ ਪ੍ਰਭੂ ਦੀ ਵੀ ਮਰਜ਼ੀ ਹੈ, ਅਤੇ ਉਸ ਦੇ ਵਿੱਚ ਅਸੀਂ ਫਿਰ ਸਫਲ ਹੀ ਹੁੰਦੇ ਜਾਵਾਂਗੇ। ਤੇ ਇਹਨਾਂ ਨੂੰ ਪੜ੍ਹੀਏ, ਤਦ ਉਹਨਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰਕੇ ਉਹਨਾਂ ਉੱਤੇ ਹੱਥ ਧਰੇ। ਫਿਰ ਉਹਨਾਂ ਕੀ ਕੀਤਾ? ਵਰਤ ਰੱਖਿਆ। ਜਦ ਪਰਮੇਸ਼ਵਰ ਦੇ ਦਾਸ ਦੋਨੋਂ ਕਲੀਸਿਆ ਦੇ ਵਿੱਚ ਵਾਪਿਸ ਆ ਗਏ, ਉਹਨਾਂ ਕੀ ਕੀਤਾ? ਉਹਨਾਂ ਨੇ ਵਰਤ ਕੀ ਰੱਖਿਆ? ਉਹਨਾਂ ਉਪਵਾਸ ਰੱਖ ਕੇ ਪ੍ਰਾਰਥਨਾ ਕੀਤਾ, ਪ੍ਰਭੂ ਦੇ ਕੋਲੋਂ ਪੁੱਛਿਆ, ਆਪਣੇ ਸਹਾਇਕ ਦੇ ਕੋਲੋਂ ਪੁੱਛਿਆ, ਹੁਣ ਸਾਨੂੰ ਦੱਸ ਅਸੀਂ ਕਿਸ ਜਗ੍ਹਾ ਦੇ ਵਿੱਚ ਜਾ ਕੇ ਤੇਰੇ ਵਚਨ ਦੀ ਮੁਨਾਦੀ ਕਰੀਏ। ਹੁਣ ਸਾਨੂੰ ਦੱਸ ਅਸੀਂ ਕਿਸ ਜਗ੍ਹਾ ਦੇ ਵਿੱਚ ਜਾ ਕੇ ਤੇਰਾ ਸੁਸਮਾਚਾਰ ਪ੍ਰਚਾਰ ਕਰੀਏ। ਆਮੀਨ, ਹਾਲੇਲੂਇਆ। ਮੇਰੇ ਜੀਜੋ, ਇਹਨਾਂ ਦਿਨਾਂ ਦੇ ਵਿੱਚ ਅਸੀਂ ਪ੍ਰਭੂ ਨੂੰ ਪੁੱਛਣਾ ਹੈ, ਪ੍ਰਭੂ ਤੂੰ ਮੇਰੀ ਜ਼ਿੰਦਗੀ ਤੋਂ ਕੀ ਚਾਹੁੰਦਾ ਹੈ? ਪ੍ਰਭੂ ਤੂੰ ਮੇਰੀ ਜ਼ਿੰਦਗੀ ਤੋਂ ਕੀ ਚਾਹੁੰਦਾ ਹੈ? ਪ੍ਰਭੂ ਤੂੰ ਕੀ ਚਾਹੁੰਦਾ ਹੈ ਮੈਂ ਉਹ ਕਰਨੇ ਵਾਲੀ ਬਣ ਜਾਵਾਂ। ਮੇਰੇ ਜੀਜੋ, ਜਦ ਅਸੀਂ ਉਸ ਸਹਾਇਕ ਦੀ ਮਦਦ ਦੇ ਨਾਲ ਉਸ ਕੰਮ ਨੂੰ ਕਰਾਂਗੇ, ਉਹ ਕੰਮ ਸਾਡਾ ਵੀ ਸਫਲ ਹੋ ਜਾਵੇਗਾ। ਇਸ ਜਗ੍ਹਾ ਦੇ ਵਿੱਚ ਵਚਨ ਕਹਿੰਦਾ ਅੰਤਾਕਿਆ ਦੇ ਵਿੱਚ ਬਹੁਤ ਸਾਰੇ ਭਵਿੱਖਵਕਤਾ ਸਨ, ਬਹੁਤ ਸਾਰੇ ਪ੍ਰਚਾਰਕ ਸਨ, ਉਪਦੇਸ਼ਕ ਸਨ, ਪਰ ਆਪਣੀ ਮਨਮਰਜ਼ੀ ਨਹੀਂ ਕੀਤੀ। ਇਹ ਤਾਂ ਉਹ ਵੀ ਕਹਿ ਸਕਦੇ ਸੀ ਮੈਂ ਕੀ ਭਵਿੱਖਵਕਤਾ ਵਾਂ। ਅਸੀਂ ਇਸ ਜਗ੍ਹਾ ਦੇ ਵਿੱਚ ਉਪਦੇਸ਼ਕ ਆ, ਅਸੀਂ ਤੁਹਾਨੂੰ ਮਸਾ ਕਰਕੇ ਭੇਜ ਦਿੰਨੇ ਆ, ਤੁਸੀਂ ਜਾਓ। ਅਸੀਂ ਤੁਹਾਨੂੰ ਮਸਾ ਕਰ ਦਿੱਤਾ, ਤੁਸੀਂ ਜਾਓ ਉਸ ਜਗ੍ਹਾ ਦੇ ਵਿੱਚ ਜਾ ਕੇ ਵਚਨ ਨੂੰ ਕੀ ਸੁਣਾਓ। ਪਰ ਮੇਰੇ ਜੀਜੋ, ਨਹੀਂ, ਉਹਨਾਂ ਵੀ ਵਰਤ ਰੱਖਿਆ। ਪਰਮੇਸ਼ਰ ਦੇ ਦਾਸਾਂ ਨੇ ਵੀ ਉਪਵਾਸ ਰੱਖ ਕੇ ਪ੍ਰਾਰਥਨਾ ਕਰਕੇ ਆਪਣੇ ਮਦਦਗਾਰ ਦੇ ਕੋਲੋਂ ਕੀ ਪੁੱਛਿਆ। ਆਮੀਨ, ਹਾਲੇਲੂਇਆ। ਜਦ ਅਸੀਂ ਮਦਦਗਾਰ ਦੇ ਕੋਲੋਂ ਪੁੱਛਦੇ ਆ, ਉਹ ਮਦਦਗਾਰ ਫਿਰ ਸਾਨੂੰ ਸਹੀ ਗਾਈਡ ਕੀ ਕਰਦਾ ਹੈ। ਉਹ ਫਿਰ ਮਦਦਗਾਰ ਸਾਡਾ ਸਹੀ ਰੀਤੀ ਦੇ ਨਾਲ ਮਾਰਗਦਰਸ਼ਨ ਕੀ ਕਰਦਾ ਹੈ। ਉਹ ਮਦਦਗਾਰ ਫਿਰ ਸਾਨੂੰ ਇੱਕ ਸਹੀ ਨਿਰਣੇ ਲੈਣ ਦੇ ਵਿੱਚ ਸਾਡੀ ਮਦਦ ਕੀ ਕਰਦਾ ਹੈ। ਇਸ ਜਗ੍ਹਾ ਦੇ ਵਿੱਚ ਮੇਰੇ ਜੀਜੋ, ਬਰਨਾਬਾਸ ਅਤੇ ਸੌਲਾਸ ਨੂੰ ਇੱਕ ਸਹੀ ਨਿਰਣੇ ਲੈਣ ਵਿੱਚ ਉਹਨਾਂ ਨੇ ਪਵਿੱਤਰ ਆਤਮਾ ਜੀ ਦੀ ਮਦਦ ਕੀ ਲਈ, ਅਤੇ ਪਵਿੱਤਰ ਆਤਮਾ ਜੀ ਨੇ ਉਹਨਾਂ ਨੂੰ ਇੱਕ ਸਹੀ ਨਿਰਣੇ ਲੈਣ ਦੇ ਵਿੱਚ ਮਦਦ ਕੀਤਾ। ਮੇਰੇ ਜੀਜੋ, ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਅਸੀਂ ਵੀ ਕਿਸੇ ਦੁਵਿਧਾ ਦੇ ਵਿੱਚ ਫਸੇ ਹਾਂ, ਅਸੀਂ ਵੀ ਕਿਸੇ ਐਸੇ ਪਰੇਸ਼ਾਨੀ ਦੇ ਵਿੱਚ ਫਸੇ ਹੋ ਸਕਦੇ ਹਾਂ, ਕਿਸੇ ਐਸੇ ਮੁਸ਼ਕਿਲ ਦੇ ਵਿੱਚ ਫਸੇ ਹੋ ਸਕਦੇ ਹਾਂ ਜਿਸ ਦੇ ਵਿੱਚ ਸਾਨੂੰ ਡਿਸੀਜਨ ਬਣਾਉਣਾ ਨਹੀਂ ਆ ਰਿਹਾ, ਜਿਸ ਦੇ ਵਿੱਚ ਅਸੀਂ ਸੋਚ ਰਹੇ ਹਾਂ ਮੈਂ ਕੀ ਡਿਸੀਜਨ ਲਵਾਂ, ਮੈਂ ਕੀ ਨਿਰਣੇ ਲਵਾਂ। ਅਸੀਂ ਉਧਰ ਵੀ ਨਹੀਂ ਜਾਣਾ ਚਾਹੁੰਦੇ, ਉਧਰ ਵੀ ਨਹੀਂ ਜਾਣਾ ਚਾਹੁੰਦੇ, ਵਿਚਕਾਰ ਕੀ ਅਸੀਂ ਫਸੇ ਹਾਂ। ਅੱਜ ਮੇਰੇ ਜੀਜੋ, ਵਚਨ ਸਾਨੂੰ ਕਹਿੰਦਾ ਹੈ ਪਵਿੱਤਰ ਆਤਮਾ ਤੋਂ ਪੁੱਛੋ, ਆਪਣੇ ਸਹਾਇਕ ਤੋਂ ਪੁੱਛੋ,
उपवास रख के प्रार्थना करो। इन्हां दिनां दे विच साडे उपवास प्रार्थना चल रहे ने। परमेश्वर दी हज़ूरी विच आके उपवास रख के प्रार्थना करो, प्रभु तू मैनू दस, प्रभु मैं किहड़े काम नूं करां, प्रभु तू मैनू दस, अगर मैं इस दुविधा दे विच फसिया जां फसिया, प्रभु तू मैनू उस दुविधा तो निकाल। अते प्रभु जी तेरी मर्जी मेरी जिंदगी दे विच पूरी होने पाए। अते प्रभु जो तू डिसीजन मेरी जिंदगी दे विच दिना है, ओही डिसीजन मैं अगे लैके जाण वाली बन जावां। आमीन, हालेलुया, हालेलुया। मेरे जीजो जद असी उस दे डिसीजन नु फॉलो करांगे, असी कदे भी किते खता नहीं खावांगे, सानू फिर कदे भी किते में सफलता प्राप्त नहीं होगी। फिर ये रोजा उपवास प्रार्थना साडे लिए कुछ महत्व नु लेके आवेगा। फिर ये उपवास प्रार्थना साडी जिंदगियां दे लिए महत्वपूर्ण बनने पाएगा। फिर ये उपवास प्रार्थना साडी जिंदगियां दे लिए एक महत्व रीति दे नाल, पूर्ण रीति दे नाल एक महत्वपूर्ण की बन जाएगा। आमीन, हालेलुया। फिर मेरे जीजो ये रोजा प्रार्थना साडा व्यर्थ नहीं, महत्व नु की लेके आवेगा। जद ਅਸੀਂ ਪਵਿੱਤਰ ਆਤਮਾ ਜੀ ਦੀ ਮਦਦ ਦੇ ਨਾਲ ਡਿਸੀਜਨ ਨੂੰ ਕੀ ਲਵਾਂਗੇ, ਜਦ ਅਸੀਂ ਪਵਿੱਤਰ ਆਤਮਾ ਜੀ ਦੀ ਮਦਦ ਦੇ ਨਾਲ ਕਿਸੇ ਕੰਮ ਨੂੰ ਕਰਾਂਗੇ, ਜਦ ਉਸ ਦੀ ਮਰਜ਼ੀ ਹੋਵੇਗੀ ਅਸੀਂ ਫਿਰ ਉਸ ਕੰਮ ਨੂੰ ਕਰਾਂਗੇ, ਤਾਂ ਉਸ ਦੇ ਵਿੱਚ ਅਸੀਂ ਕਦੀ ਅਸਫਲ ਨਹੀਂ ਬਲਕਿ ਸਫਲ ਹੁੰਦੇ ਜਾਵਾਂਗੇ। जब ਅਸੀਂ ਮੱਤੀ ਦੇ ਵਿੱਚ ਪੜ੍ਹ ਕੇ ਦੇਖਦੇ ਹਾਂ ਦੋ ਮਨੁੱਖਾਂ ਦੇ ਬਾਰੇ ਜਿਨ੍ਹਾਂ ਨੇ ਆਪਣੇ ਘਰ ਨੂੰ ਬਣਾਇਆ, ਮੈਂ ਨਾਲ ਕੱਢੀ ਮੱਤੀ ਦੀ ਅੰਜੀਲ ਉਸ ਦਾ 7 ਅਧਿਆਇ ਉਹਦੀ 24 ਆਇਤ ਤੋਂ ਪੜ੍ਹੀ। ਸੋ ਹਰੇਕ ਜੋ ਇਹ ਮੇਰੇ ਬਚਨ ਸੁਣਦਾ ਅਤੇ ਉਹਨਾਂ ਤੇ ਚੱਲਦਾ ਹੈ, ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ। ਵਚਨ ਸਾਨੂੰ ਕੀ ਕਹਿੰਦਾ? ਵਚਨ ਸਾਨੂੰ ਕਹਿੰਦਾ ਹਰੇਕ ਜੋ ਮੇਰੇ ਵਚਨ ਨੂੰ ਸੁਣਦਾ। ਦੂਸਰੇ ਸ਼ਬਦਾਂ ਦੇ ਵਿੱਚ ਹਰੇਕ ਜੋ ਉਸ ਆਪਣੇ ਸਹਾਇਕ ਦੀ ਗੱਲ ਨੂੰ ਕੀ ਸੁਣਦਾ। ਹਰੇਕ ਵਚਨ ਕਹਿੰਦਾ ਜੋ ਮੇਰੇ ਵਚਨਾਂ ਨੂੰ ਮੰਨਦਾ। ਦੂਸਰੇ ਸ਼ਬਦਾਂ ਦੇ ਵਿੱਚ ਹਰੇਕ ਜੋ ਉਸ ਆਪਣੇ ਸਹਾਇਕ ਦੀ ਮਦਦ ਦੇ ਨਾਲ ਉਸ ਦੀ ਗੱਲ ਮੰਨਦਾ ਹੈ ਅੱਗੇ ਅਤੇ ਉਸ ਉੱਤੇ ਚੱਲਦਾ ਹੈ, ਉਸ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ। ਉਹ ਉਸ ਬੁੱਧਵਾਨ ਵਰਗਾ ਕੀ ਜਾਣਿਆ ਜਾਵੇਗਾ। ਮੇਰੇ ਜੀਜੋ ਜਦ ਅਸੀਂ ਉਸ ਸਹਾਇਕ ਦੀ ਮਦਦ ਦੇ ਨਾਲ ਕੋਈ ਵੀ ਕੰਮ ਕਰਦੇ ਹਾਂ, ਜਦ ਅਸੀਂ ਉਸ ਸਹਾਇਕ ਨੂੰ ਕਹਿੰਦੇ ਹਾਂ ਇਹ ਸਾਡੇ ਸਹਾਇਕ, ਤੂੰ ਮੈਨੂੰ ਦੱਸ ਮੈਂ ਕਿਸ ਪ੍ਰਕਾਰ ਦਾ ਨਿਰਣੇ ਲਵਾਂ, ਤਾਂ ਸਹਾਇਕ ਮੇਰੇ ਜੀਜੋ ਸਾਨੂੰ ਹਮੇਸ਼ਾ ਸਹੀ ਨਿਰਣੇ ਦੱਸਦਾ ਹੈ। ਫਿਰ ਵਚਨ ਕੀ ਸਾਨੂੰ ਕਹਿੰਦਾ ਜਦ ਅਸੀਂ ਸਹਾਇਕ ਦੀ ਮੰਨ ਲੈਂਦੇ ਹਾਂ, ਫਿਰ ਅਸੀਂ ਉਸ ਬੁੱਧਵਾਨ ਵਰਗੇ ਮੰਨੇ ਜਾਵਾਂਗੇ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ, ਜਿਸ ਨੇ ਚਟਾਨ ਦੇ ਉੱਤੇ ਆਪਣਾ ਘਰ ਕੀ ਬਣਾਇਆ। ਅੱਗੇ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ, ਪਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ, ਕਿਉਂਕਿ ਉਹਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ। ਹਾਲੇਲੂਇਆ। ਵਚਨ ਤੇ ਸਾਨੂੰ ਕੀ ਕਹਿੰਦਾ ਹੈ? ਜਿਹੜਾ ਉਸ ਸਹਾਇਕ ਦੀ ਮਦਦ ਦੇ ਨਾਲ ਕੋਈ ਵੀ ਕੰਮ ਕਰਦਾ ਹੈ, ਵਚਨ ਸਾਨੂੰ ਕਹਿੰਦਾ ਇਸ ਸਹਾਇਕ ਦੀ ਮਦਦ ਦੇ ਨਾਲ ਉਸ ਬੁੱਧੀਮਾਨ ਵਿਅਕਤੀ ਨੇ ਆਪਣਾ ਘਰ ਚਟਾਨ ਦੇ ਉੱਤੇ ਕੀ ਬਣਾਇਆ। ਉਸ ਚਟਾਨ ਦੇ ਉੱਤੇ ਉਸਨੇ ਘਰ ਬਣਾਇਆ ਉਸ ਸਹਾਇਕ ਦੀ ਮਦਦ ਦੇ ਨਾਲ। वचन सानू कहता है बहुत सारे तूफान आए, बहुत सारिया हनेरियां आईयां, झक्खड़ आए, उस कार नूं टक्करां लगियां, वड्डे धक्के मारे, पर उस कार नूं कोई भी नुकसान नहीं होया, क्योंकि उन्हां दी नींव किस उत्ते सी? उस दी नींव एक चट्टान दे उत्ते सी, जेड़ी चट्टान दे बारे उस सहायक ने उन्हां नूं की दस्सिया सी। आमीन, हालेलुया। अज मेरे जीजो असीं उस सहायक दी मदद दे नाल, उस सहायक दी मदद दे नाल अपने मनां नूं टिकाउणा है, उस पवित्र आत्मा जी दी मदद दे नाल एक जगह अपने मन नूं टिकाउणा है, फिर ही असीं स्थिर की बन सकदे हां। अपने मनां नूं उस चट्टान ते टिका लेना है, चट्टान दे वांगर मजबूत करना है, एक जगह टिकाउणा है अते कहना है इस मेरे सहायक मैनूं एक जगह टिक के आराधना करने वाली बना दे जा बना दी। प्रभु जी मैनूं एक जगह टिक के आराधना करने वाला की बना दो। चल मेरे जीजो अस एक जगह टेक के उस सहायक दी मदद दे नाल एक जगह रह के एक जगह टेक के आराधना करेंगे। वचन सानू फिर की कहता है मुश्किलां आउणगियां, बहुत सारियां दुविधावां आउणगियां, मींह वरेगा, शैतान दी शक्तियां दा बरसेगा, पर तुहाडे घरां नूं पाव तुहाडे शरीरां नूं कुछ भी नहीं हो सकदा। आमीन, हालेलुया। क्योंकि तुहाडी नींव किस दे उत्ते है? तुहाडी नींव एक सच्ची कलीसिया दे विच है, एक सच्चे पत्थर दे उत्ते उस चट्टान दे उत्ते है जिस नूं कोई भी हिला नहीं सकदा, जिस नूं कोई अंधकार दी ताकत, कोई शैतान दी शक्ति उन्हां दी जिंदगियां दे विच प्रबल नहीं हो सकदी, कोई वैरी दी ताकत उन्हां दी जिंदगियां दे विच प्रबल नहीं हो सकदी, कदी उन्हां दी जिंदगियां विच कार्य नहीं कर सकदी, चाहे जो मर्जी हो जावे। अगे वचन की कहंदा 26 नूं पढ़िए।
ਅਤੇ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਹਾਂ। ਅਤੇ ਉਹਨਾਂ ਉੱਤੇ ਨਹੀਂ ਚੱਲਦਾ ਹਾਂ। ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ। ਆਹ ਵਚਨ ਵਿੱਚ ਸਾਨੂੰ ਕੀ ਕਹਿੰਦਾ? ਕਹਿੰਦਾ ਹਰੇਕ ਜਿਹੜਾ ਮੇਰੇ ਵਚਨ ਨੂੰ ਨਹੀਂ ਸੁਣਦਾ, ਦੂਸਰੇ ਸ਼ਬਦਾਂ ਵਿੱਚ ਜਿਹੜਾ ਉਸ ਸਹਾਇਕ ਦੀ ਮਦਦ ਨਹੀਂ ਲੈਂਦਾ, ਜਿਹੜਾ ਉਸ ਸਹਾਇਕ ਦੀ ਮਦਦ ਨਹੀਂ ਲੈਂਦਾ, ਜਿਹੜਾ ਉਸ ਸਹਾਇਕ ਦੀ ਗੱਲ ਨੂੰ ਨਹੀਂ ਮੰਨਦਾ, ਭਾਵ ਉਸ ਪਵਿੱਤਰ ਆਤਮਾ ਜੀ ਦੇ ਡਿਸੀਜਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਲੈਂਦਾ। ਵਚਨ ਕੀ ਸਾਨੂੰ ਕਹਿੰਦਾ ਹੈ? ਫਿਰ ਵਚਨ ਸਾਨੂੰ ਕਹਿੰਦਾ ਉਸ ਨਿਰਬੁੱਧ ਵਾਂਗਰ ਹੈ, ਉਸ ਨਿਰਬੁੱਧ ਵਾਂਗਰ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਕੀ ਬਣਾਇਆ। ਅੱਗੇ ਜਿਹਨੇ ਆਪਣਾ ਘਰ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਹਾਂ। ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਹਾਂ। ਅਤੇ ਉਹ ਢਹਿ ਪਿਆ ਹਾਂ। ਅਤੇ ਉਹਦਾ ਵੱਡਾ ਨਾਸ਼ ਹੋਇਆ। ਹਾਲੇਲੂਇਆ। ਵਚਨ ਫਿਰ ਮੇਰੇ ਜੀਸੋ ਕੀ ਕਹਿੰਦਾ ਹੈ? ਦੂਸਰੇ ਵਿਅਕਤੀ ਦੇ ਬਾਰੇ ਜਦ ਅਸੀਂ ਪੜ੍ਹਦੇ ਹਾਂ, ਜਿਹੜਾ ਆਪਣੇ ਸਹਾਇਕ ਦੀ ਮਦਦ ਨਹੀਂ ਲੈਂਦਾ, ਜਿਹੜਾ ਉਪਾਅ ਦੂਸਰੇ ਸ਼ਬਦਾਂ ਦੇ ਵਿੱਚ ਜਿਹੜਾ ਆਪਣੇ ਪਵਿੱਤਰ ਆਤਮਾ ਜੀ ਦੀ ਮਦਦ ਨਿਰਣੇ ਬਣਾਉਣ ਦੇ ਵਿੱਚ ਨਹੀਂ ਲੈਂਦਾ। ਵਚਨ ਸਾਨੂੰ ਕਹਿੰਦਾ ਉਸ ਨਿਰਬੁੱਧ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਕੀ ਬਣਾ ਲਿਆ। ਹਨੇਰੀਆਂ ਵਗੀਆਂ, ਤੂਫਾਨ ਆਏ, ਧੱਕਾ ਮਾਰਿਆ, ਢਹਿ ਪਿਆ ਤੇ ਵੱਡਾ ਸਤਿਆਨਾਸ਼ ਕੀ ਹੋ ਗਿਆ। ਅੱਜ ਮੇਰੇ ਜੀਸੋ ਇਸੇ ਪ੍ਰਕਾਰ ਦੇ ਨਾਲ ਸਾਡਾ ਜੀਵਨ ਹੈ, ਇਸੇ ਪ੍ਰਕਾਰ ਦੇ ਨਾਲ ਕਿ ਸਾਡਾ ਜੀਵਨ ਹੈ, ਸਾਡੀਆਂ ਜ਼ਿੰਦਗੀਆਂ ਨੇ। ਜਦ ਅਸੀਂ ਇੱਕ ਜਗ੍ਹਾ ਟਿਕ ਕੇ, ਇੱਕ ਜਗ੍ਹਾ ਮਨ ਲਗਾ ਕੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ, ਇੱਕ ਜਗ੍ਹਾ ਟਿਕ ਕੇ ਉਸ ਖੁਦਾ ਦੀ ਮਦਦ ਦੇ ਨਾਲ ਉਸ ਸਹਾਇਕ ਦੀ ਡਿਸੀਜਨ ਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਪੂਰਾ ਨਹੀਂ ਹੋਣ ਦਿੰਦੇ, ਫਿਰ ਸਾਡਾ ਜੀਵਨ ਕਿਸ ਪ੍ਰਕਾਰ ਦੇ ਵਰਗਾ ਹੈ? ਉਸ ਪ੍ਰਕਾਰ ਦਾ ਜਿਸ ਨੇ ਆਪਣਾ ਘਰ ਰੇਤ ਦੇ ਉੱਤੇ ਬਣਾਇਆ। ਹਨੇਰੀਆਂ ਆਈਆਂ, ਤੂਫਾਨ ਆਏ, ਢਹਿ ਪਿਆ, ਸਤਿਆਨਾਸ਼ ਕੀ ਹੋ ਗਿਆ। ਫਿਰ ਮੇਰੇ ਜੀਸੋ ਸਾਡੇ ਨਾਲ ਵੀ ਏਦਾਂ ਹੁੰਦਾ ਹੈ। ਫਿਰ ਸਾਡੇ ਜੀਵਨਾਂ ਦੇ ਵਿੱਚ ਵੀ ਕੁਝ ਇਸ ਪ੍ਰਕਾਰ ਦੇ ਹਾਲਾਤ ਪੈਦਾ ਕੀ ਹੋ ਜਾਂਦੇ ਨੇ। ਫਿਰ ਸਾਨੂੰ ਵੀ ਬਹੁਤ ਵਾਰ ਇਸ ਪ੍ਰਕਾਰ ਦੇ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ, ਇਸ ਪ੍ਰਕਾਰ ਦੇ ਹਾਲਾਤਾਂ ਦੇ ਵਿੱਚੋਂ ਦੀ ਸੰਘਰਸ਼ ਨੂੰ ਕਰਨਾ ਪੈਂਦਾ ਹੈ, ਕਿਉਂਕਿ ਫਿਰ ਅੰਧਕਾਰ ਦੀਆਂ ਸ਼ਕਤੀਆਂ ਆਉਂਦੀਆਂ ਨੇ, ਅੰਧਕਾਰ ਦੀਆਂ ਤਾਕਤਾਂ ਸਾਡੇ ਜੀਵਨਾਂ ਦੇ ਵਿੱਚ ਆਉਂਦੀਆਂ ਨੇ, ਤੋਂ ਪ੍ਰਬਲ ਕੀ ਹੋ ਜਾਂਦੀਆਂ ਨੇ, ਉਹ ਪ੍ਰਬਲ ਹੋ ਜਾਂਦੀਆਂ ਨੇ, ਉਹ ਸਾਡੀ ਜ਼ਿੰਦਗੀ ਦੇ ਵਿੱਚ ਆਪਣਾ ਕਬਜ਼ਾ ਕਰ ਲੈਂਦੀਆਂ ਨੇ। ਕਿਉਂ ਕਬਜ਼ਾ ਕਰ ਲੈਂਦੀਆਂ ਨੇ? ਕਿਉਂਕਿ ਅਸੀਂ ਆਪਣਾ ਘਰ ਚਟਾਨ ਦੇ ਉੱਤੇ ਨਹੀਂ ਬਣਾਇਆ। ਦੂਸਰੇ ਸ਼ਬਦਾਂ ਦੇ ਵਿੱਚ ਅਸੀਂ ਆਪਣੀ ਨੀਂਹ ਨੂੰ ਮਜ਼ਬੂਤ ਨਹੀਂ ਕੀਤਾ। ਜਿਸ ਕਲੀਸਿਆ ਦੇ ਵਿੱਚ ਆ ਰਹੇ ਸੀ, ਉਸ ਕਲੀਸਿਆ ਦੇ ਵਿੱਚ ਆ ਕੇ ਆਪਣੀ ਨੀਂਹ ਨੂੰ ਮਜ਼ਬੂਤ ਨਹੀਂ ਕੀਤਾ, ਬਲਕਿ ਭਟਕਦੇ ਰਹੇ, ਫੁੱਲੇ ਭਟਕਿਆਂ ਵਾਂਗੂ ਇੱਧਰ ਉੱਧਰ ਫਿਰਦੇ ਰਹੇ। ਫਿਰ ਸਾਡਾ ਹਾਲ ਕੀ ਹੋਇਆ? ਉਸ ਨਿਰਬੁੱਧ ਦੇ ਘਰ ਦੇ ਵਾਂਗਰ ਤੂਫਾਨ ਆਇਆ, ਭਾਵ ਅੰਧਕਾਰ ਦੀਆਂ ਸ਼ਕਤੀਆਂ ਸਾਡੇ ਜੀਵਨਾਂ ਦੇ ਵਿੱਚ ਆਈਆਂ, ਬਿਮਾਰੀਆਂ ਆ ਗਈਆਂ। ਉਸ ਅੰਧਕਾਰ ਦੀਆਂ ਤਾਕਤਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਕਾਰਜ ਕੀਤਾ, ਉਹ ਪ੍ਰਬਲ ਹੋ ਗਈਆਂ ਅਤੇ ਸਾਡੀਆਂ ਜ਼ਿੰਦਗੀਆਂ ਦਾ ਸਤਿਆਨਾਸ਼ ਕੀ ਹੋ ਗਿਆ। ਮੇਰੇ ਜੀਸੂ ਅੱਜ ਦਾ ਵਚਨ ਸਾਨੂੰ ਕਹਿੰਦਾ ਹੈ, ਜੋ ਵੀ ਨਿਰਣੇ ਲੈਣਾ, ਜਿਹੜਾ ਵੀ ਨਿਰਣੇ ਲੈਣਾ ਆਪਣੇ ਸਹਾਇਕ ਦੀ ਮਦਦ ਦੇ ਨਾਲ ਲਈਏ। ਜੋ ਵੀ ਡਿਸੀਜਨ ਆਪਣੀ ਜ਼ਿੰਦਗੀਆਂ ਦੇ ਵਿੱਚ ਬਣਨਾ, ਉਸ ਸਹਾਇਕ ਦੀ ਮਦਦ ਦੇ ਨਾਲ ਲਈਏ। ਉਹ ਸਹਾਇਕ ਸਾਡਾ ਕਦੀ ਵੀ ਬੁਰਾ ਨਹੀਂ ਕਰਦਾ, ਉਹ ਸਹਾਇਕ ਸਾਡਾ ਕਦੀ ਵੀ ਬੁਰਾ ਨਹੀਂ ਕਰਦਾ, ਬਲਕਿ ਉਹ ਸਹਾਇਕ ਹਮੇਸ਼ਾ ਸਾਡੇ ਲਈ ਅੱਛੀਆਂ ਸੋਚਾਂ ਕੀ ਸੋਚਦਾ ਹੈ। ਉਹ ਸਾਨੂੰ ਕਹਿੰਦਾ, ਮੈਂ ਤੁਹਾਡੇ ਲਈ ਉੱਤਮ ਅਤੇ ਸ਼ਾਂਤੀ ਦੀਆਂ ਸੋਚਾਂ ਕੀ ਸੋਚਦਾ ਹਾਂ। ਮੈਂ ਤੁਹਾਡੇ ਲਈ ਵਿਰਤ ਸੋਚਾਂ ਨਹੀਂ ਸੋਚਦਾ, ਬਲਕਿ ਉੱਤਮ ਅਤੇ ਸ਼ਾਂਤੀ ਦੀਆਂ ਸੋਚਾਂ ਨੂੰ ਕੀ ਸੋਚਦਾ। ਅੱਜ ਮੇਰੇ ਜੀਜੋ, ਉਹ ਪ੍ਰਭੂ ਸਾਡੇ ਲਈ ਉੱਤਮ ਚੀਜ਼ਾਂ ਨੂੰ ਸੋਚਦਾ ਹੈ, ਉਹ ਪ੍ਰਭੂ ਸਾਡੇ ਲਈ ਉੱਤਮ ਸੋਚਾਂ ਨੂੰ ਸੋਚਦਾ ਹੈ, ਉਹ ਪ੍ਰਭੂ ਸਾਡੇ ਲਈ ਸ਼ਾਂਤੀ ਦੀਆਂ ਸੋਚਾਂ ਨੂੰ ਸੋਚਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਉਹ ਪ੍ਰਭੂ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਪ੍ਰਕਾਰ ਦੇ ਨਾਲ ਸੋਚਾਂ ਨੂੰ ਸੋਚਦਾ ਰਹੇ, ਵਚਨ ਕੀ ਕਹਿੰਦਾ ਹੈ? ਹਰ ਇੱਕ ਕੰਮ ਕਰਨ ਤੋਂ ਪਹਿਲਾਂ ਉਸ ਸਹਾਇਕ ਨੂੰ ਪੁੱਛੋ ਕਿ ਇਹ ਕੰਮ ਮੇਰੇ ਲਈ ਸਹੀ ਹੈ ਜਾਂ ਨਹੀਂ, ਕਿ ਇਹ ਕੰਮ ਜੋ ਮੈਂ ਕਰਨ ਜਾ ਰਿਹਾ ਇਹ ਸਹੀ ਹੈ ਜਾਂ ਨਹੀਂ। ਮੇਰੇ ਜੀਜੋ, ਸਹਾਇਕ ਸਾਨੂੰ ਸਹੀ ਗਾਈਡ ਕਰੇਗਾ, ਉਹ ਸਹਾਇਕ ਸਾਡੀ ਸਹੀ ਪ੍ਰਕਾਰ ਦੇ ਨਾਲ ਅਗਵਾਈ ਨੂੰ ਕੀ ਕਰੇਗਾ, ਕਿਉਂਕਿ ਉਹ ਸਾਡਾ ਸਹਾਇਕ ਹੈ ਜੋ ਉਹ ਕਦੇ ਵੀ ਝੂਠ ਬੋਲਦਾ ਨਹੀਂ ਹੈ। ਵਚਨ ਸਾਨੂੰ ਕਹਿੰਦਾ ਪਵਿੱਤਰ ਆਤਮਾ ਕਦੇ ਵੀ ਝੂਠ ਬੋਲਦਾ ਨਹੀਂ ਹੈ, ਅਤੇ ਉਹੀ ਪਵਿੱਤਰ ਆਤਮਾ ਮੇਰੇ ਜੀਜੋ ਸਾਡਾ ਕੀ ਸਹਾਇਕ ਹੈ। ਪਰ ਜਦ ਅਸੀਂ ਉਸ ਆਪਣੇ ਸਹਾਇਕ ਦੇ ਨਾਲ ਝੂਠ ਬੋਲਦੇ ਹਾਂ, ਫਿਰ ਵਚਨ ਦੇ ਵਿੱਚ ਉਸ ਦਾ ਪਰਿਣਾਮ ਵੀ ਲਿਖਿਆ ਹੋਇਆ ਹੈ। ਸਮਾਂ ਨਹੀਂ ਹੈ, ਅਗਰ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ, ਜਦ ਅਸੀਂ ਆਪਣੇ ਸਹਾਇਕ ਦੇ ਨਾਲ ਝੂਠ ਬੋਲਦੇ ਹਾਂ, ਫਿਰ ਉਸ ਦਾ ਪਰਿਣਾਮ ਕੀ ਹੈਗਾ? ਜਲਦੀ ਨਾਲ ਪੜਾਂਗੇ। ਰਸੂਲਾਂ ਦੇ ਕਰਤੱਵ ਉਸ ਦਾ 5 ਅਧਿਆਇ, ਉਸ ਦੀ 21 ਤੋਂ ਪੜ੍ਹੀ ਜਲਦੀ ਨਾਲ।
ਤਾਂ ਹਨਾਨੀਆ ਨਾਮੇ ਇੱਕ ਮਨੁੱਖ ਨੇ ਆਪਣੀ 30 ਸਫੀਰਾਂ ਨਾਲ ਰਲ ਕੇ ਮਿਲਕ ਵੇਚੀ ਹਾਂ। ਅਤੇ ਉਹਦੇ ਮੁੱਲ ਵਿੱਚ ਕੁਝ ਰੱਖ ਛੱਡਿਆ ਹਾਂ। ਜੋ ਉਹਦੀ 30 ਵੀ ਜਾਣਦੀ ਸੀ ਹਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਤਦ ਪਤਰਸ ਨੇ ਆਖਿਆ, ਹਾਂ। ਹਨਾਨੀਆ, ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਹਾਂ। ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਹਾਂ। ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ ਹਾਂ। ਜਦ ਤੀਕ ਉਹ ਰਿਹਾ ਹਾਂ। ਕਿ ਤੇਰਾ ਆਪਣਾ ਨਾ ਰਿਹਾ ਹਾਂ। ਹਰ ਜਾ ਵਿਕ ਗਿਆ ਹਾਂ। ਤਾਂ ਤੇਰੇ ਵਾਸ ਵਿੱਚ ਨਾ ਸੀ ਹਾਂ ਤਾਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ। ਹਾਂ। ਹਨਾਨੀਆ ਇਹ ਗੱਲਾਂ ਸੁਣਦਿਆਂ ਸਾਹ ਡਿੱਗ ਪਿਆ ਅਤੇ ਉਹਦੇ ਪ੍ਰਾਣ ਛੱਡ ਦਿੱਤੇ। ਕੀ ਹੋਇਆ ਜਦ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ? ਸਭਨਾਂ ਨੇ ਸੁਣਿਆ ਕੀ ਹੋਇਆ? ਮਰ ਗਿਆ। ਉਹ ਕੀ ਮਰ ਗਿਆ। ਮੇਰੇ ਜੀਜੋ, ਜਦ ਅਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਦੇ ਹਾਂ ਉਸ ਦਾ ਅੰਜਾਮ ਕੀ ਹੈ? ਮੌਤ। ਪਾਪ ਦੇ ਵਿੱਚ ਫਿਰ ਅਸੀਂ ਕੀ ਮਾਰੇ ਜਾਂਦੇ ਹਾਂ? ਵਚਨ ਵਿੱਚ ਸਾਫ਼-ਸਾਫ਼ ਲਿਖਿਆ ਹੈ। ਵਚਨ ਸਾਨੂੰ ਸਾਫ਼-ਸਾਫ਼ ਕਲੀਅਰ ਕਰ ਰਿਹਾ ਹੈ ਕਿ ਜਦੋਂ ਅਸੀਂ ਪਵਿੱਤਰ ਆਤਮਾ ਜੀ ਦੇ ਨਾਲ ਝੂਠ ਬੋਲਦੇ ਹਾਂ, ਉਸ ਮਨੁੱਖ ਨੇ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ, ਪ੍ਰਭੂ ਦੇ ਦਾਸਾਂ ਦੇ ਨਾਲ ਝੂਠ ਬੋਲਿਆ। ਪ੍ਰਭੂ ਦੇ ਦਾਸ ਕਹਿੰਦੇ ਨੇ, ਇਹ ਹਨਾਨੀਆ, ਤੇਰੇ ਮਨ ਦੇ ਵਿੱਚ ਸ਼ੈਤਾਨ ਕਿਉਂ ਸਮਾਇਆ? ਤੂੰ ਮੇਰੇ ਨਾਲ ਨਹੀਂ ਉਸ ਪਵਿੱਤਰ ਆਤਮਾ ਦੇ ਨਾਲ ਝੂਠ ਕੀ ਬੋਲਿਆ? ਤੂੰ ਉਸ ਸਹਾਇਕ ਦੇ ਨਾਲ ਝੂਠ ਬੋਲਿਆ। ਜਿੰਨੀ ਦੇਰ ਤੱਕ ਉਹ ਤੇਰੀ ਜ਼ਮੀਨ ਸੀ, ਕੀ ਤੇਰੀ ਉਹ ਆਪਣੀ ਨਹੀਂ ਸੀ? ਅੱਜ ਤੂੰ ਉਹ ਵੇਚ ਦਿੱਤੀ ਅਤੇ ਜਿਹੜਾ ਵਾਅਦਾ ਤੂੰ ਪ੍ਰਭੂ ਦੇ ਨਾਲ ਕੀਤਾ ਸੀ ਕਿ ਜਦ ਮੈਂ ਉਸ ਜ਼ਮੀਨ ਨੂੰ ਵੇਚਾਂਗੀ ਜਾਂ ਵੇਚਾਂਗਾ, ਉਹ ਸਾਰਾ ਜਿੰਨਾ ਵੀ ਉਸਦਾ ਪੈਸਾ ਹੋਵੇਗਾ ਪ੍ਰਭੂ ਦੇ ਘਰ ਦੇ ਵਿੱਚ ਦਵਾਂਗਾ। ਮੇਰੇ ਅਜ਼ੀਜ਼ੋ, ਪਰ ਉਸ ਦੇ ਮਨ ਦੇ ਵਿੱਚ ਲਾਲਚ ਕੀ ਆ ਗਿਆ? ਹਨਾਨੀਆ ਦੇ ਮਨ ਦੇ ਵਿੱਚ ਲਾਲਚ ਆ ਗਿਆ। ਮੇਰੇ ਅਜ਼ੀਜ਼ੋ, ਇਸ ਲਈ ਵਚਨ ਦੇ ਵਿੱਚ ਅਸੀਂ ਪਾਸਟਰ ਜੀ ਦੇ ਕੋਲੋਂ ਵਚਨ ਵੀ ਸੁਣਿਆ ਹੈ, ਕਦੀ ਵੀ ਅਸੀਂ ਜਦ ਕੋਈ ਵੀ ਡਿਸੀਜਨ ਪ੍ਰਭੂ ਦੇ ਨਾਲ, ਕੋਈ ਵੀ ਵਾਅਦਾ ਪ੍ਰਭੂ ਦੇ ਨਾਲ ਕਰਦੇ ਆ, ਉਸ ਨੂੰ ਹਮੇਸ਼ਾ ਕੀ ਪੂਰਾ ਕਰੋ। ਕੋਈ ਵੀ ਵਾਅਦਾ ਅਸੀਂ ਪ੍ਰਭੂ ਦੇ ਨਾਲ ਕਰਦੇ ਆ, ਪਹਿਲਾਂ ਉਸ ਵਾਅਦਾ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ ਕਿ ਮੈਂ ਇਸ ਵਾਅਦੇ ਨੂੰ ਪੂਰਾ ਕਰਨ ਦੇ ਲਾਇਕ ਹਾਂ ਜਾਂ ਨਹੀਂ। ਕਿਉਂਕਿ ਬਹੁਤ ਵਾਰ ਅਸੀਂ ਪਰਮੇਸ਼ਵਰ ਦੇ ਸਾਹਮਣੇ ਵਾਅਦੇ ਤਾਂ ਕਰ ਲੈਂਦੇ ਆ, ਪਰ ਜਦ ਸਮੇਂ ਆਉਂਦੀ ਹੈ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਅਸੀਂ ਕੀ ਪਿੱਛੇ ਮੁੜ ਜਾਂਦੇ ਆ, ਭੁੱਲ ਜਾਂਦੇ ਹਾਂ ਉਸ ਵਾਅਦਿਆਂ ਨੂੰ। ਇਸੇ ਪ੍ਰਕਾਰ ਦੇ ਨਾਲ ਇਸੇ ਵਚਨ ਦੇ ਵਿੱਚ ਹੋਇਆ, ਹਨਾਨੀਆ ਤੇ ਸਫੀਰਾ ਦੀ ਜ਼ਿੰਦਗੀ ਦੇ ਨਾਲ ਹੋਇਆ। ਜਦ ਅਸੀਂ ਇਸ ਦੀਆਂ 4 ਦੀ 32 ਤੋਂ 37 ਦੇ ਵਿੱਚ ਪੜ੍ਹ ਕੇ ਦੇਖਦੇ ਆ, ਜਦ ਉਹਨਾਂ ਨੇ ਪਰਮੇਸ਼ਰ ਦੇ ਨਾਲ ਵਾਅਦੇ ਨੂੰ ਕੀ ਕੀਤਾ, ਪਰਮੇਸ਼ਰ ਦੇ ਨਾਲ ਵਚਨ ਨੂੰ ਬੰਨਿਆ ਕਿ ਮੈਂ ਆਪਣੀ ਮਿਲਕ ਨੂੰ ਜਦ ਵੇਚਾਂਗੀ ਤਾਂ ਸਾਰਾ ਕੁਝ ਪ੍ਰਭੂ ਦੇ ਚਰਨਾਂ ਦੇ ਵਿੱਚ ਲਿਆ ਕੇ ਰੱਖ ਦਵਾਂਗੀ। ਜਦ ਪੈਸਾ ਵੇਖਿਆ, ਜਦੋਂ ਮਿਲਕ ਵੇਚ ਗਈ, ਜਦੋਂ ਜ਼ਮੀਨ ਵੇਚ ਗਈ, ਮਨ ਦੇ ਵਿੱਚ ਕੀ ਲਾਲਚ ਆ ਗਿਆ ਅਤੇ ਇਹ ਸੋਚਿਆ ਕੋਈ ਗੱਲ ਨਹੀਂ, ਥੋੜਾ ਜਿਹਾ ਲਿਆ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖ ਦਵਾਂਗੇ। ਵਚਨ ਸਾਨੂੰ ਕਹਿੰਦਾ ਉਹਨਾਂ ਨੇ ਥੋੜਾ ਜਿਹਾ ਰੱਖ ਕੇ ਉਸ ਦਾ ਕੁਝ ਹਿੱਸਾ ਦੇ ਪੈਸੇ ਪ੍ਰਭੂ ਦੀ ਹਜ਼ੂਰੀ ਵਿੱਚ ਲਿਆ ਕੇ ਕੀ ਰੱਖ ਦਿੱਤੇ। ਪਰ ਮੇਰੇ ਜੀਜੋ, ਉਸ ਸਹਾਇਕ ਤੋਂ ਕੋਈ ਵੀ ਬਚ ਨਹੀਂ ਸਕਦਾ। ਉਹ ਸਹਾਇਕ ਸਭ ਕੁਝ ਜਾਣਦਾ ਹੈ, ਉਹ ਪਵਿੱਤਰ ਆਤਮਾ ਸਭ ਕੁਝ ਜਾਣਦਾ ਹੈ। ਉਸ ਪਵਿੱਤਰ ਆਤਮਾ ਜੀ ਨੇ ਆਪਣੇ ਦਾਸ ਦੇ ਜਰੀਏ ਗੱਲ ਕੀਤੀ, ਕਹਿੰਦਾ, ਇਹ ਹਨਾਨੀਆ, ਤੇਰੇ ਮਨ ਦੇ ਵਿੱਚ ਸ਼ੈਤਾਨ ਕਿਉਂ ਸਮਾਇਆ? ਕਿਉਂ ਤੂੰ ਮੇਰੇ ਨਾਲ ਝੂਠ ਬੋਲਿਆ? ਭਾਵ ਤੂੰ ਕਿਉਂ ਉਸ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ? ਮੇਰੇ ਜੀਜੋ, ਇਸ ਰਾਹ ਦੇ ਵਿੱਚ ਹਨਾਨੀਆ ਦੇ ਕੋਲੋਂ ਪਛਤਾਪ ਕਰਨ ਦਾ ਵੀ ਸਮੇਂ ਉਸ ਨੂੰ ਨਹੀਂ ਮਿਲਿਆ। ਪਛਤਾਪ ਕਰਨ ਦਾ ਸਮੇਂ ਵੀ ਉਸ ਨੂੰ ਨਹੀਂ ਮਿਲਿਆ। ਵਚਨ ਕਹਿੰਦਾ, ਜਿਵੇਂ ਉਸਨੇ ਝੂਠ ਬੋਲਿਆ, ਉਸਨੇ ਆਪਣੇ ਪ੍ਰਾਣ ਕੀ ਛੱਡ ਦਿੱਤੇ, ਡਿੱਗ ਗਿਆ। ਅਤੇ ਦੂਸਰੀ ਗੱਲ ਅੱਗੇ 6 ਜਲਦੀ ਨਾਲ, ਅਤੇ ਜਵਾਨਾਂ ਨੇ ਉੱਠ ਕੇ ਉਹਨੂੰ ਦਫਨਾਇਆ ਔਰ ਬਾਹਰ ਲੈ ਜਾ ਕੇ ਦੱਬ ਦਿੱਤਾ। ਤਾਂ 3 ਘੰਟਿਆਂ ਦੇ ਪਿਛੋਂ ਦੀ ਤਿਵੀ ਇਹ ਵਿਚਿਆ ਨਾ ਜਾਣ ਕੇ ਅੰਦਰ ਆਈ। ਤਦ ਪਤਰਸ ਨੇ ਉਹਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸੀਂ ਉਹ ਖੇਤ ਇੰਨੇ ਨੂੰ ਹੀ ਵੇਚਿਆ? ਉਹ ਬੋਲੀ, ਆਹੋ ਇੰਨੇ ਨੂੰ ਹੀ। ਆਮੀਨ, ਹਾਲੇਲੂਇਆ। ਇਸ ਗੱਲ ਵਿੱਚ ਅੱਗੇ ਜਦ ਅਸੀਂ ਉਸ ਦੀ ਪਤਨੀ ਦੇ ਬਾਰੇ ਪੜ੍ਹਦੇ ਹਾਂ, ਉਹ ਇਸ ਘਟਨਾ ਨੂੰ ਨਹੀਂ ਸੀ ਜਾਣਦੀ ਕਿ ਮੇਰਾ ਪਤੀ ਮਰ ਗਿਆ। ਉਹ ਜਦ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਂਦੀ ਹੈ, ਪਤਰਸ ਪਰਮੇਸ਼ਰ ਦਾ ਦਾਸ ਫਿਰ ਪੁੱਛਦਾ ਹੈ, ਇਹ ਸਫੀਰਾ, ਕੀ ਉਹ ਖੇਤ ਇੰਨੇ ਦਾ ਵਿਕਿਆ ਸੀ? ਉਸਨੇ ਵੀ ਕੀ ਕੀਤਾ? ਉਸਦੇ ਮਨ ਦੇ ਵਿੱਚ ਵੀ ਕੀ ਲਾਲਚ ਸੀ, ਉਸਨੇ ਵੀ ਝੂਠ ਬੋਲ ਦਿੱਤਾ। ਉਹ ਵੀ ਕਹਿੰਦੀ ਹੈ, ਹਾਂ ਜੀ, ਇੰਨੇ ਦਾ ਹੀ ਕੀ ਵਿਕਿਆ ਹੈ। ਵਚਨ ਫਿਰ ਕਹਿੰਦਾ ਹੈ, ਪਰਮੇਸ਼ਰ ਦਾ ਦਾਸ ਕਹਿੰਦਾ ਹੈ, हे ਸਫੀਰਾ, ਤੇਰੇ ਮਨ ਦੇ ਵਿੱਚ ਵੀ ਸ਼ੈਤਾਨ ਕਿਉਂ ਕਾਰਿਆ ਕੀਤਾ? ਅਤੇ ਵਚਨ ਵਿੱਚ ਅੱਗੇ ਇਸ ਪ੍ਰਕਾਰ ਦੇ ਨਾਲ ਲਿਖਿਆ ਹੈ, ਉਹਨੇ ਵੀ ਝੂਠ ਬੋਲਦਿਆਂ ਸਾਰੀ ਆਪਣੇ ਪ੍ਰਾਣ ਕੀ ਛੱਡ ਦਿੱਤੇ। ਆਮੀਨ। ਮੇਰੇ ਜੀਜੋ, ਇਹਨਾਂ ਦਿਨਾਂ ਦੇ ਵਿੱਚ ਅਗਰ ਅਸੀਂ ਕੋਈ ਵੀ ਡਿਸੀਜਨ ਮੰਨਣਾ ਹੈ, ਕੋਈ ਵੀ ਵਾਚਾ ਪ੍ਰਭੂ ਦੇ ਨਾਲ ਬੰਨਣੀ ਹੈ, ਕੋਈ ਵੀ ਵਾਅਦਾ ਪ੍ਰਭੂ ਦੇ ਨਾਲ ਬੰਨਣਾ ਹੈ, ਕਰਨਾ ਹੈ, ਪਹਿਲਾਂ ਉਸ ਵਾਅਦੇ ਨੂੰ ਕਰਨ ਤੋਂ ਪਹਿਲਾਂ ਪ੍ਰਭੂ ਨੂੰ ਪੁੱਛੋ, ਉਸ ਆਪਣੇ ਸਹਾਇਕ ਤੋਂ ਪੁੱਛੋ ਕਿ ਮੈਂ ਇਸ ਵਾਚਾ ਨੂੰ, ਕੀ ਮੈਂ ਇਸ ਨੇਮ ਨੂੰ, ਕੀ ਮੈਂ ਇਸ ਵਾਅਦੇ ਨੂੰ ਬੰਨ ਲਵਾਂ।
ਕੀ ਮੈਂ ਇਸ ਵਾਅਦੇ ਨੂੰ, ਕੀ ਮੈਂ ਇਸ ਵਾਚਾ ਨੂੰ ਪੂਰਾ ਕਰਨ ਦੇ ਲਈ ਤਿਆਰ ਹਾਂ ਜਾਂ ਨਹੀਂ, ਕੀ ਮੈਂ ਇਸ ਦੇ ਲਾਇਕ ਹਾਂ ਜਾਂ ਨਹੀਂ। ਮੇਰੇ ਜ਼ਿੰਦੋ, ਕਿਉਂਕਿ ਜਦ ਪੂਰਾ ਕਰਨ ਦਾ ਟਾਈਮ ਹੁੰਦਾ ਹੈ ਤਾਂ ਬਹੁਤ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਐਸੀਆਂ ਚੀਜ਼ਾਂ, ਕੁਝ ਐਸੇ ਲਾਲਚ ਜਾਂ ਕੁਝ ਐਸੀਆਂ ਬੁਰਾਈਆਂ ਆ ਜਾਂਦੀਆਂ ਨੇ ਜੋ ਅਸੀਂ ਉਹਨਾਂ ਚੀਜ਼ਾਂ ਨੂੰ ਪੂਰਾ ਨਹੀਂ ਕਰ ਸਕਦੇ, ਜਿਸ ਦੇ ਨਾਲ ਫਿਰ ਸਾਡੀ ਜ਼ਿੰਦਗੀਆਂ ਦੇ ਵਿੱਚ ਕੁਝ ਇਸੇ ਪ੍ਰਕਾਰ ਦਾ ਸਾਡਾ ਹਾਲ ਵੀ ਕੀ ਹੋ ਜਾਂਦਾ ਹੈ। ਅੱਜ ਮੇਰੇ ਜ਼ਿੰਦੋ ਵਚਨ ਸਾਨੂੰ ਇਹ ਕਹਿੰਦਾ ਹੈ, ਇਹ ਰੋਜ਼ਿਆਂ ਦਾ ਮਹੱਤਵ, ਅੱਜ ਦੇ ਰੋਜ਼ੇ ਦਾ ਮਹੱਤਵ, ਅੱਜ ਦਾ ਵਚਨ ਦਾ ਮਹੱਤਵ ਇਹ ਹੀ ਹੈ ਕਿ ਅਗਰ ਅੱਜ ਅਸੀਂ ਉਪਵਾਸ ਰੱਖਿਆ, ਪ੍ਰਾਰਥਨਾ ਕਰ ਰਹੇ ਲਗਾਤਾਰ, ਇਸ ਪਾਠ ਦੇ ਵਿੱਚ ਅਸੀਂ ਅੱਜ ਪਰਮੇਸ਼ਰ ਨੂੰ ਕਹੀਏ, ਪ੍ਰਭੂ ਅਸੀਂ ਜਿਵੇਂ ਤੇਰੇ ਵਚਨ ਦੇ ਵਿੱਚ ਸੁਣਿਆ, ਪ੍ਰਭੂ ਮੈਂ ਜੋ ਵੀ ਕੁਝ ਕਰਾਂ, ਪ੍ਰਭੂ ਮੈਨੂੰ ਆਪਣੇ ਸਹਾਇਕ ਦੀ ਮਦਦ ਦੇ ਨਾਲ ਕਰਨ ਵਾਲੀ ਬਣਾ ਦੇ। प्रभु जी आज मैं जो भी कुछ नेम बनना, वाचन बनना, जो भी कुछ करा, चाहे तेरे सुसमाचार को क्यों ना सुनावा, प्रभु अगर तेरी मर्जी है, अगर उस सहायक दी मर्जी है, तो प्रभु मैं उस काम नू, उस सुसमाचार नू सुनाउण वाला बन जावां। फिर जिस दिनां दे विच असीं प्रभु नू कहिए, उस प्रभु नू कहिए, क्योंकि वो प्रभु जी दी जद असीं मदद दे नाल, उस सहायक दी मदद दे नाल असीं जद कोई भी काम करांगे, वो सहायक साडी मदद करेगा। जिस प्रकार दे नाल सौलस अते बरनबास ने पवित्र आत्मा जी दी मदद दे नाल पूछया कि असीं किस जगह दे विच सेवकाई जाके स्टार्ट करिए, पवित्र आत्मा जी ने उन्हां दी मदद कीती, तुसीं किस जगह दे विच जाना है। अते वचन कहंदा उन्हां 10 साल उन्हां नू विद्या कीता। आज मेरे दोस्तों नसीब भी प्रभु दे कोलों पूछिए, उस सहायक दे कोलों पूछिए, ए सहायक कि सानू दस मैं की करा तां जो मैं सफलता प्राप्त करांगे। इसे अपने अखां बंद करांगे, आइए अपने अखां बंद करिए। मेरे अजीजों आज उस प्रभु नू कहिए, हे प्रभु सानू दस, हे मेरे प्रभु सानू उस सहायक नू भेज, साडे उत्ते उस सहायक नू भेज प्रभु, उस पवित्र आत्मा नू भेज। मेरी जिंदगी विच हो सकदा प्रभु कई ऐसे डिसीजन ने जेडे मैं लैणे ने प्रभु होने पाए, ओ तेरी पवित्र आत्मा जी दी सहभागिता दे विच मैं लैणे पावां। मेरे जीजो जद असीं उस दी मदद दे नाल कोई भी निर्णय लैने आ, फिर साडे निर्णय सफल हो जांदे ने। आमीन, हालेलुया। फिर ही साडी जिंदगियां दे विच सफलता हुंदी है। नहीं तां मेरे जीजो वचन कहंदा है फिर तुसीं उन्हां निर्बुद्धा वांगू होवोगे अगर उस सहायक दी मदद नहीं लेंदे जिसने अपना घर रेत दे उत्ते बनाया। हनेरियां आए, झक्कड़ उस घर नूं वड्डा धक्का वज्जा अते ओह टह पिया, सत्यानाश हो गया। अज मेरे जीजो असीं अपने जीवन दा सत्यानाश नहीं करना, बल्कि उस सहायक दी मदद दे नाल प्रभु नूं कहना, प्रभु मैनूं ईमान दे विच एक चट्टान दे वांगर बना दे, प्रभु मैंने विश्वास दे विच एक दृढ़ बना दे, उस चट्टान दे वांगू दृढ़ कर दे। चाहे बीमारी होण, परेशानी होण, अंधकार दी ताकतां कार्य करन, प्रभु उस चट्टान दे वांगू मजबूत रहां। आमीन, हालेलुया। धन्यवाद, धन्यवाद, धन्यवाद। मेरे पवित्र आत्मा मेरे प्रभु तुहाडा धन्यवाद करदे हां। सामर्थी यहोवा, तुसीं दयालु पिता हो, तुसीं सामर्थी बाप हो, अनुग्रहकारी परमेश्वर हो, ते अपने लोकां नाल प्यार करदे हो। मैं ताड़ियां सब रहमतों करिए, ताड़ियां बरकतां ते ताड़ियां बड़ाइयां करिए, और मैं ताड़े बड़े बड़े कमां दे लिए प्रभु जी ताड़े नाम की तारीफ ते महिमा करदा हूं। प्रभु जी मैं प्रार्थना करदा हूं, बेनती करदा मेरे प्रभु यीशु राजा आज दे सारे रोजे प्रार्थना तुसीं कबूल कर लिया। बहुत सारे मंदिरां नूं तुसीं अपनी पवित्र आत्मा नाल तोड़िया। ताड़ी पवित्र आजूरी प्रभु जी ताड़े लोकां दे साथ ते अंग संग बनिया है। प्रभु जी ताड़ियां मैं सब प्रियाइयों करिए और वफादारियों करिए, दया ते कृपा करिए मेरे प्रभु यीशु राजा। मैं तुहाडे जिंदा इनाम दी तारीफ ते महिमा करदा हूं, मैं सब आदर मेरे यीशु राजा मैं तुहाडे स्वर्गीय नाम नूं देना हूं। प्रार्थना करना प्रभु सवेरे भी तुसीं बहुत बड़ी अपने लोकां नूं बरकत दी, बहुत लोकां लैके बहुत सारे शैतान दे बंधन तोड़िया, तुहाडा धन्यवाद करदा हूं। अज रात भी प्रभु तुसीं अपने लोकां लैके बहुत सारे बंधन तोड़िया, सारी आराधना नूं प्रभु जी अपने हत्थां विच लैके चलाया। एक एक ने अपनी पवित्र आत्मा नाल छूया अते एक एक ने तुसीं कृपा कीती। प्रभु मैं तुहाडा धन्यवाद करदा हूं। मेरे प्रभु मैं प्रार्थना करता हूं कल दी भी सारी आबाद मेरे साथ हो। मेरे पवित्र प्रभु जी इन्हें किया रोजिया दा जो प्रभु जी रोजा ले के 14वां रोजा है ते प्रभु जी थाड़ी आराधना दा भी दिन है। प्रभु जी मैं प्रार्थना करता हूं कि ताड़े लोग बड़े खुशी अते आनंद नाल समय से प्रभु जी ताड़े घर दे विच पहुंच के ताड़े को आशीष ते बरकत नूं पाउण। कल सबना नूं लेके आउणा, हर एक ताड़े बंधन मेरे यहोवा ताड़े नाम दे विच पूरी ना टुटने पाए। हर एक ताड़े बंधन मेरे प्रभु जी थाड़े पवित्र आत्मा दे द्वारा टुटने पाए। अते बड़े काम मेरे प्रभु जी तुसीं अपनी पवित्र आत्मा की अगवाई नाल करना। ताड़ी पाक है जूरी प्रभु जी ताड़े लोकां दे संग
बनिया ही रहने वास्ते मेरे यहोवा तुसा बड़ी मदद करो। मीटिंग के सारे समय ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡੇ ਪ੍ਰਭੂ ਤੁਹਾਡੇ ਲੋਕ ਆਪਣੇ ਘਰਾਂ ਵਿੱਚ ਵਾਪਸ ਜਾਣ। ਤੁਹਾਡੀ ਪਾਕ ਹਜ਼ੂਰੀ ਮੇਰੇ ਪ੍ਰਭੂ ਜੀ ਤੁਹਾਡੇ ਲੋਕਾਂ ਦੇ ਨਾਲ ਚਾਹੇ। ਤੁਸੀਂ ਆਪਣੇ ਲੋਕਾਂ ਦੇ ਰਸਤੇ ਦੇ ਰੋਸ਼ਨੀ ਪੈਰਾਂ ਦੇ ਦੀਪਕ ਤੇ ਹਰ ਇੱਕ ਤਬਾਹੀਆਂ ਤੋਂ ਬਚਾਉਂਦੇ ਹੋ। ਅੱਜ ਵੀ ਜਾਣਾ ਸਾਡੀ ਵੀ ਮਦਦ ਕਰਨਾ। ਰਸਤੇ 'ਚ ਰਾਤੀ ਨਿਗਾਹਬਾਨ ਨਹੀਂ ਕਰਨਾ। ਰਾਤ ਦੇ ਅੰਧੇਰੇ ਦੇ ਵਿੱਚ ਮੇਰੇ ਪਵਿੱਤਰ ਆਤਮਾ ਜੀ ਤੁਸੀਂ ਸੰਭਾਲ ਕੇ ਰੱਖਣਾ। ਸਾਡੀ ਪਾਕ ਹਜ਼ੂਰੀ ਪ੍ਰਭੂ ਜੀ ਤੁਹਾਡੇ ਲੋਕਾਂ ਦੇ ਨਾਲ ਬਣੇ ਵਿੱਚ ਕੱਲ ਸਭ ਨੂੰ ਸਮੇਂ ਸਿਰ ਪ੍ਰਭੂ ਜੀ ਆਪਣੀ ਬਾਤ ਕੇ ਲਈ ਲੈ ਕੇ ਆਉਣਾ। ਕੱਲ ਦੀ ਸਾਰੀ ਮੀਟਿੰਗ ਨੂੰ ਬੰਦਗੀ ਨੂੰ ਰਾਤ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਰਾਉਣਾ ਤੇ ਵੱਡੇ ਵੱਡੇ ਕੰਮਾਂ ਨੂੰ ਕਰਨਾ। ਤੁਹਾਡੇ ਨਾਮ ਨੂੰ ਭਾਈ ਅੱਜ ਰਾਤ ਆਪਣੇ ਲੋਕਾਂ ਦਰਸ਼ਨ ਕਰਾ ਤੇ ਗੱਲਬਾਤ ਕਰਨ। ਕੋਈ ਵੀ ਸੁਸਤੀ ਆਲਸ ਕਰਕੇ ਆਪਣੇ ਘਰਾਂ ਪਰਿਵਾਰ ਵਿੱਚ ਬੈਠਾ ਨਾ ਰਹੇ ਬਲਕਿ ਸਾਰੇ ਸਮੇਂ ਸਿਰ ਆਣ ਕੇ ਤੁਹਾਡੇ ਕੋਲ ਬਰਕਤ ਨੂੰ ਪਾਣੀ ਪਾਏ। ਬੇਨਤੀ ਨੂੰ ਸੁਣਿਆ ਟਿਕ ਬੋਲ ਕੇ ਤਾਂ ਬੇਨਤੀ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਮੰਗਦਾ ਹਾਂ ਆਮੀਨ। ਹੁਣ ਸਾਡੇ ਕਲਾਮ ਦੇ ਯਿਸੂ ਜੀ ਦਾ ਫਜ ਬਾਪ ਬੇਟੇ ਦੀ ਮੁਹੱਬਤ ਰੂਹ ਪਾਕ ਦੀ ਸੰਗਤ ਚਾਹਤ ਘਰ ਨਾਲ ਪਰਿਵਾਰ ਨਾਲ ਆਏ ਹੋਏ ਭਾਈਆਂ ਭੈਣਾਂ ਨਾਲ ਤੇ ਸੰਤਾਂ ਸੇਵਕਾਂ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਤੋੜੀ ਹੁੰਦੀ ਰਹੇਗੀ ਆਮੀਨ। ਹਾਲੇਲੂਇਆ 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 ਹਾਲੇਲੂਇਆ। ਸਭ ਨੂੰ ਜਪ ਜੀ।